ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਰੋਜ਼ਾਨਾ ਐਸਐਮਸੀ ਗੁਰਮਤਿ ਕਲਾਸ USA ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਸਿੱਖ ਇਤਿਹਾਸ ਦੇ ਸਰੋਤਾਂ ਦੀ ਗੱਲ ਕਰਾਂਗੇ, ਕੁਝ ਪੜਚੋਲ ਕਰਾਂਗੇ। ਅਸੀਂ ਦੇਖ ਰਹੇ ਹਾਂ ਇਤਿਹਾਸਿਕ ਇਸ ਪੜਚੋਲ ਤੋਂ ਕੁਝ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਹਨ ਕਿ ਸ਼ੁਰੂ ਤੋਂ ਹੀ, ਜਦੋਂ ਤੋਂ ਹੀ ਇਤਿਹਾਸ ਦੇ ਸਰੋਤ ਬਣੇ ਹਨ ਜਾਂ ਲਿਖਣਾ ਸ਼ੁਰੂ ਹੋਇਆ ਹੈ, ਇਹਦੇ ਉੱਤੇ ਕੋਈ ਕੁੰਡਾ ਨਹੀਂ ਰਿਹਾ। ਜਿਸ ਦਾ ਜੋ ਮਰਜ਼ੀ ਆਇਆ ਉਹਨੇ ਲਿਖ ਦਿੱਤਾ, ਜਿਸ ਨੇ ਜੋ ਮਰਜ਼ੀ ਪਰੰਪਰਾਵਾਂ ਨੂੰ ਆਪਣੀਆਂ ਬਣਾ ਲਈਆਂ। ਜਿਹੜੀਆਂ ਚੀਜ਼ਾਂ ਗੁਰਮਤਿ ਨਾਲ ਕਸਵੱਟੀ ਦੇ ਮੇਲ ਵੀ ਨਹੀਂ ਖਾਂਦੀਆਂ ਸੀ, ਉਹ ਵੀ ਲਿਖ ਦਿੱਤੀਆਂ। ਇਹ ਅਸੀਂ ਕੁਝ ਦੇਖ ਰਹੇ ਹਾਂ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਦੇ ਉਸ ਜਨਮ ਇਤਿਹਾਸ ਤੋਂ ਹੀ, ਜਦੋਂ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਦਿਨ ਸ਼ੁਰੂ ਕੀਤਾ ਸੀ। ਹਾਲਾਂਕਿ ਬਾਲੇ ਨਾਂ ਦਾ ਕੋਈ ਸ਼ਖਸ ਹੀ ਨਹੀਂ ਹੋਇਆ, ਪਰ ਉਹਦੇ ਨਾਂ ਦੇ ਉੱਤੇ ਇੰਨੀਆਂ ਜਨਮ ਸਾਖੀਆਂ ਲਿਖ ਦੇਣੀਆਂ, ਪ੍ਰਚਲਿਤ ਕਰ ਦੇਣੀਆਂ, ਇਹ ਕੁਝ ਵੱਡੀ ਸਾਜ਼ਿਸ਼ ਦਾ ਹਿੱਸਾ ਹੁੰਦਾ ਹੈ। ਇਤਿਹਾਸ ਨੂੰ ਕਮਜ਼ੋਰ ਕਰਨ ਦਾ ਇੱਕ ਢੰਗ ਹੁੰਦਾ ਹੈ। ਅੱਜ ਵੀ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਦਾ ਜੋ ਦਿਲ ਆਉਂਦਾ ਉਹ ਪੋਸਟ ਪਾ ਦਿੰਦਾ ਹੈ। ਉਹ ਪੋਸਟ ਫਾਰਵਰਡ ਹੋ ਜਾਂਦੀ ਹੈ, ਬਹੁਤ ਸਾਰੀ ਪ੍ਰਚਲਿਤ ਹੋ ਜਾਂਦੀ ਹੈ। ਅਲਟੀਮੇਟਲੀ ਕੁਝ ਸਾਲਾਂ ਬਾਅਦ ਉਹ ਇਤਿਹਾਸ ਦੇ ਵਿੱਚ ਬਦਲ ਜਾਂਦੀ ਹੈ। ਇਹੋ ਕੁਛ ਹੀ ਹੁੰਦਾ ਹੈ। ਮਨੋਕਲਪਿਤ ਗੱਲਾਂ ਨੂੰ ਸੱਚ ਬਣਾਉਣ ਦੇ ਲਈ ਜਦੋਂ ਜ਼ਿਆਦਾ ਸ਼ੇਅਰ ਕਰੋਗੇ, ਜ਼ਿਆਦਾ ਚੀਜ਼ਾਂ ਅਸੀਂ ਲਾਈਕ ਕਰਾਂਗੇ, ਤਾਂ ਉਹ ਇਤਿਹਾਸ ਬਣ ਜਾਣਗੀਆਂ। ਇਸੇ ਤਰ੍ਹਾਂ ਅੱਜ ਸਿਲੇਬਸ ਵਿੱਚ ਵੀ ਜੋ ਕੁਝ ਸਾਨੂੰ ਪੜ੍ਹਾਇਆ ਜਾ ਰਿਹਾ ਸਕੂਲਾਂ ਦੇ ਵਿੱਚ, ਉਹਦੇ ਵਿੱਚ ਵੀ ਜੋ ਚੀਜ਼ਾਂ ਅੱਜ ਪਾ ਦਿੱਤੀਆਂ ਗਈਆਂ, ਉਹ ਵੀ ਇੱਕ ਦੁਆਰੇ ਇਤਿਹਾਸ ਬਣ ਜਾਏਗਾ, ਜਾਂ ਉਹ ਤਾਂ ਬਣ ਹੀ ਗਿਆ, ਕਿਉਂਕਿ ਇਤਿਹਾਸਕ ਹਿਸਟਰੀ ਦੀਆਂ ਕਿਤਾਬਾਂ 'ਚ ਲਿਖ ਦਿੱਤਾ ਗਿਆ। ਇਹ ਇੱਕ ਬੜਾ ਅਹਿਮ ਜਿਹਾ ਵਿਸ਼ਾ ਹੈ, ਜਿਹੜਾ ਅਸੀਂ ਵਿਸ਼ਾ ਸ਼ੁਰੂ ਕੀਤਾ ਸੀ, ਇਤਿਹਾਸਕ ਸਰੋਤਾਂ ਦੀ ਪੜਚੋਲ ਕਰੀਏ। ਮਿਹਨਤ ਵੀ ਬਹੁਤ ਹੈ, ਸਮਾਂ ਵੀ ਬੜਾ ਦੇਣਾ ਪੈਂਦਾ ਹੈ, ਕਿਤਾਬਾਂ ਵੀ ਬਹੁਤ ਪੜ੍ਹਨੀਆਂ ਪੈਂਦੀਆਂ ਹਨ। ਤਾਂ ਇਸ ਵਿਸ਼ੇ ਨੂੰ ਵੀਰ ਪ੍ਰਭ ਕੀਰਤਨ ਸਿੰਘ ਜੀ ਬੜੀ ਬਾਖੂਬੀ ਨਿਭਾਉਂਦੇ ਆ ਰਹੇ ਹਨ। ਮਿਹਨਤ ਵੀ ਹੈ, ਕਾਫੀ ਮਿਹਨਤ ਕਰਦੇ ਹਨ। ਅੱਜ ਅਸੀਂ ਜੋ ਸ਼੍ਰੀ ਗੁਰੂ ਸੋਭਾ ਸੈਨਾਪਤ ਦੇ ਲਿਖੀ ਹੋਈ ਚੌਥਾ ਪਾਠ ਹੈ ਉਹਦਾ, ਜੋ ਅੱਜ ਅਸੀਂ ਵਿਚਾਰ ਕਰਨੀ ਹੈ। ਤਾਂ ਬੇਨਤੀ ਕਰਦਾ ਵੀਰ ਜੀ, ਕਿਰਪਾ ਕਰੋ, ਅੱਜ ਸ਼੍ਰੀ ਗੁਰੂ ਸੋਭਾ ਗ੍ਰੰਥ ਦਾ ਅਧਿਐਨ ਪੜਚੋਲ ਸਾਡੇ ਸਾਹਮਣੇ ਰੱਖੋ, ਤਦ ਕਿ ਅਸੀਂ ਇਤਿਹਾਸਕ ਇਹ ਜੋ ਸਰੋਤ ਹਨ ਉਹਨਾਂ ਦਾ ਪੂਰੀ ਤਰ੍ਹਾਂ ਪੁਨਸ਼ਨ ਕਰਕੇ ਇਤਿਹਾਸ ਨੂੰ ਸਮਝ ਸਕੀਏ। ਆਪ ਜੀ ਨੂੰ ਬੇਨਤੀ ਹੈ ਕਿ ਅੱਜ ਦਾ ਇਹ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰਿਓ, ਅੱਜ ਅਸੀਂ ਸ੍ਰੀ ਗੁਰੂ ਸੋਭਾ ਦੇ ਜੋ ਅਧਿਐਨ ਕਰ ਰਹੇ ਹਾਂ, ਪੜਚੋਲ ਕਰ ਰਹੇ ਹਾਂ, ਉਹਦਾ ਚੌਥਾ ਹਿੱਸਾ ਆਪਾਂ ਕਰਨਾ ਹੈ। ਪਹਿਲੇ 3 ਹਿੱਸਿਆਂ ਦੇ ਵਿੱਚ ਅਸੀਂ ਇੰਟਰੋਡਕਸ਼ਨ ਤੋਂ ਬਾਅਦ ਇਸ ਪੁਸਤਕ ਦੇ ਇਤਿਹਾਸਕ ਪੱਖ ਬਾਰੇ ਵਿਚਾਰ ਕੀਤੀ ਸੀ। ਅੱਜ ਅਸੀਂ ਉਸ ਤੋਂ ਅੱਗੇ ਤੁਰਨਾ ਹੈ। ਰੀਕੈਪ ਵਾਸਤੇ ਮੈਂ ਥੋੜਾ ਜਿਹਾ ਇਤਿਹਾਸਕ ਪੱਖ ਦੀ ਗੱਲ 2-4 ਮਿੰਟ ਵਿੱਚ ਕਰ ਲਵਾਂ। ਤੇ ਪਹਿਲੀ ਗੱਲ ਜਿਹੜੀ ਸਾਡੇ ਨਜ਼ਰ ਵਿੱਚ ਉੱਭਰਦੀ ਹੈ ਉਹ ਇਹ ਹੈ ਕਿ ਕਵੀ ਸੈਨਾਪਤ ਨੇ ਸਾਰੇ ਇਤਿਹਾਸਕ ਵਾਕਿਆ ਉਹ ਨਹੀਂ ਲਿਖਿਆ ਇਸ ਪੁਸਤਕ ਵਿੱਚ। ਕੇਵਲ ਕੁਝ ਕੁ ਚੁਣੀਆਂ ਹੋਈਆਂ ਘਟਨਾਵਾਂ ਹੀ ਉਹਨਾਂ ਨੇ ਦੱਸੀਆਂ। ਹੁਣ ਇਸ ਗੱਲ ਨੂੰ ਇਤਿਹਾਸ ਦੇ ਪੱਖੋਂ ਦੇਖੀਏ ਤਾਂ ਇਸ ਨੂੰ ਕਮੀ ਵੀ ਕਿਹਾ ਜਾ ਸਕਦਾ ਹੈ, ਪਰ ਇਹਦਾ ਅਰਥ ਇਹ ਕੱਢ ਲੈਣਾ ਕਿ ਇਸ ਕਵੀ ਦੀ ਇਹ ਕੇਵਲ ਇੱਕ ਕਵੀ ਹੀ ਸੀ ਜਾਂ ਉਸ ਕਿਸਮ ਦੀ ਇਹਦੀ ਰਚਨਾ ਸੀ ਜਿਹਦੇ ਵਿੱਚ ਇਤਿਹਾਸਕ ਸੂਝ-ਬੂਝ ਨਹੀਂ ਹੁੰਦੀ, ਤਾਂ ਇਹ ਵੀ ਗੱਲ ਗਲਤ ਹੋਏਗੀ। ਕਿਉਂਕਿ ਉਹਨਾਂ ਦੀ ਇਤਿਹਾਸਕ ਸੂਝ-ਬੂਝ ਦੀ ਤਾਰੀਫ ਉਹਨਾਂ ਦੀ ਕਈ ਖੋਜਾਂ ਦੇ ਵਿੱਚ, ਕਈ ਘਟਨਾਵਾਂ ਦੇ ਵਿੱਚ, ਖਾਸ ਕਰਕੇ ਅਨੰਦਪੁਰ ਛੱਡਣ ਤੋਂ ਬਾਅਦ ਤੇ ਮੁਗਲਾਂ ਦੇ ਨਾਲ ਜੋ ਗੁਰੂ ਸਾਹਿਬ ਦੇ ਵਿਚਰੇ, ਗੱਲਬਾਤ ਹੋਈ,
ਉਹਦੇ ਕੁਝ ਹਿੱਸਿਆਂ ਦੇ ਬਾਰੇ ਡਾਕਟਰ ਗੰਡਾ ਸਿੰਘ ਨੇ ਕਾਫੀ ਤਾਰੀਫ ਕੀਤੀ ਹੈ ਕਿ ਇਹਨਾਂ ਨੇ ਬਿਲਕੁਲ ਐਕੂਰੇਟ ਪਤਾ ਕਰਕੇ ਲਿਖਿਆ ਹੈ। ਉਹ ਇਤਿਹਾਸਕ ਸੂਝ-ਬੂਝ ਤਾਂ ਉਹਨਾਂ ਦੀ ਸੀ, ਉਹਦੇ ਵਿੱਚ ਕਮੀ ਨਹੀਂ ਸੀ। ਹਾਂ, ਇਹ ਜ਼ਰੂਰ ਹੈ ਕਿ ਇਸ ਪੁਸਤਕ ਦੇ ਵਿੱਚ ਇਤਿਹਾਸਕ ਪੱਖੋਂ ਵੀ ਕਈ ਵੱਡੇ ਖੱਪੇ ਹਨ, ਕਮੀਆਂ ਹਨ। ਪਰ ਉਹਦਾ ਇਉਂ ਜਾਪਦਾ ਹੈ ਕਿ ਜਿਸ ਸਮੇਂ ਦੇ ਵਿੱਚ ਬਿਲਕੁਲ ਉਹਨਾਂ ਵਾਕਿਆਤ ਤੋਂ ਉਸੇ ਵੇਲੇ ਬਾਅਦ ਵਿੱਚ ਹੀ ਇਹ ਲਿਖੀ ਗਈ ਤੇ ਉਹਨਾਂ ਕੋਲ ਅਧੂਰੀ ਜਾਣਕਾਰੀ ਪਹੁੰਚੀ ਹੋਵੇਗੀ, ਜਿਹਦੇ ਕਰਕੇ ਕਈ ਵੇਰਵਿਆਂ ਦੇ ਵਿੱਚ ਉਹਨਾਂ ਨੇ ਕਾਫੀ ਵੱਡੀਆਂ ਉਕਾਈਆਂ ਖਾਧੀਆਂ ਹਨ। ਇਹ ਵੱਡੀਆਂ ਗਲਤੀਆਂ ਵੀ ਕੀਤੀਆਂ ਹਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਇਤਿਹਾਸਕ ਸੂਝ-ਬੂਝ ਬਾਰੇ ਸਾਨੂੰ ਕੋਈ ਬਹੁਤਾ ਕੁਐਸਚਨ ਮਾਰਕ ਨਹੀਂ ਲਗਾਉਣ ਦੀ ਲੋੜ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਪੁਸਤਕ ਲਿਖੀ ਹੈ ਤੇ ਘਟਨਾਵਾਂ ਦੀ ਚੋਣ ਵੀ ਉਹਨਾਂ ਨੇ ਜਿਹੜੀ ਹੈ ਆਪਣੇ ਹਿਸਾਬ ਦੇ ਨਾਲ ਕੀਤੀ ਹੈ। ਕਿਉਂਕਿ ਆਪਾਂ ਇਹ ਸਮਝ ਲਈਏ ਕਿ ਉਹ ਇੱਕ ਇਤਿਹਾਸਕਾਰ ਨਹੀਂ ਸਨ, ਜੋ ਅੱਜ ਦੇ ਇਤਿਹਾਸ ਦੀ ਤਰ੍ਹਾਂ ਤਰਤੀਬਵਾਰ ਕ੍ਰੋਨੋਲੋਜੀਕਲੀ ਇੱਕ ਤੋਂ ਬਾਅਦ ਦੂਜੇ ਬਿਰਤਾਂਤ ਨੂੰ ਲਿਖਦੇ ਜਾਂਦੇ। ਉਹਨਾਂ ਦਾ ਲਿਖਣ ਦਾ ਮੰਤਵ ਥੋੜਾ ਜਿਹਾ ਫਰਕ ਸੀ। ਤੇ ਜੇ ਅਸੀਂ ਉਹਨਾਂ ਦੇ ਮਨੋਰਥ ਬਾਰੇ ਅਸੀਂ ਦੱਸਣਾ ਹੋਵੇ, ਸਮਝਣਾ ਹੋਵੇ ਕਿ ਉਹ ਕਿਸ ਚੀਜ਼ ਵੱਲ ਧਿਆਨ ਦੇ ਰਹੇ ਸਨ, ਤੇ ਸਾਨੂੰ ਇਹ ਪੁਸਤਕ ਪੜ੍ਹ ਕੇ ਪਤਾ ਲੱਗਦਾ ਹੈ। ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਕਿਹੜੇ ਪ੍ਰਸੰਗ ਦੇ ਉੱਤੇ ਉਹਨਾਂ ਨੇ ਕਿੰਨਾ ਕੁ ਜ਼ੋਰ ਲਾਇਆ, ਕਿੰਨੇ ਕੁ ਛੰਦ ਖਰਚੇ ਹਨ, ਜਾਂ ਕਹਿ ਲਈਏ ਕਿੰਨੇ ਕੁ ਸਫ਼ਿਆਂ ਦਾ ਉਹ ਲਿਖਿਆ ਹੈ। ਤਾਂ ਮੈਂ ਥੋੜਾ ਜਿਹਾ ਉਹਨਾਂ ਦੇ ਜਿਹੜੇ ਡਿਫਰੈਂਟ ਚੈਪਟਰਸ ਦੇ ਵਿੱਚ ਉਹਨਾਂ ਨੇ ਲਿਖੇ ਹਨ ਵਾਕਿਆਤ, ਉਹਨਾਂ ਦੇ ਬਾਰੇ ਥੋੜਾ ਜਿਹਾ ਮੈਂ ਡਾਟਾ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ, ਜਿਹਦੇ ਨਾਲ ਤੁਹਾਨੂੰ ਸਮਝ ਲੱਗ ਜਾਏਗੀ ਕਿ ਉਹਨਾਂ ਦਾ ਫੋਕਸ ਕਿੱਥੇ ਸੀ। ਭੰਗਾਣੀ ਦਾ ਯੁੱਧ ਪਹਿਲਾ ਯੁੱਧ ਸੀ, ਬੜਾ ਵੱਡਾ ਇੰਪੋਰਟੈਂਟ ਯੁੱਧ ਗਿਣਿਆ ਜਾਂਦਾ ਹੈ। ਉਹਦੇ ਉੱਤੇ ਉਹਨਾਂ ਨੇ 50 ਛੰਦ ਲਿਖੇ ਹਨ। ਨਦਾਉਣ ਦਾ ਜੰਗ ਜਿਹੜਾ, ਉਹਦੇ 13 ਛੰਦ ਉਹਨਾਂ ਨੇ ਲਿਖੇ ਹਨ, ਭਾਵ 13 ਪੌੜੀਆਂ ਲਿਖੀਆਂ ਹਨ। ਇਸੇ ਤਰ੍ਹਾਂ ਹੀ ਇਸ ਤੋਂ ਅਗਲਾ ਯੁੱਧ ਜਿਹੜਾ ਦੋ ਹਿੱਸਿਆਂ ਦੇ ਵਿੱਚ ਹੋਇਆ, ਪਹਿਲੇ 'ਚ ਖਾਨਜ਼ਾਦਾ ਆਇਆ, ਭੱਜ ਗਿਆ, ਤੇ ਦੂਜਾ ਫਿਰ ਹੁਸੈਨੀ ਯੁੱਧ, ਇਹਨਾਂ ਦੋਵਾਂ ਨੂੰ ਮਿਲਾ ਕੇ 12 ਛੰਦ ਉਹਨਾਂ ਨੇ ਲਿਖੇ ਹਨ। ਉਸ ਤੋਂ ਬਾਅਦ ਉਹ ਜਾਂਦੇ ਹਨ ਖਾਲਸਾ ਸਾਜਣ ਵਾਲੇ ਪ੍ਰਸੰਗ ਉੱਤੇ, ਤੇ ਇਹਦੇ ਉੱਤੇ ਪੂਰੇ 3 ਅਧਿਆਏ ਲਿਖਦੇ ਹਨ, ਜਿਹਦੇ ਉੱਤੇ 180 ਛੰਦ ਲਿਖਦੇ ਹਨ। ਫਿਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਬਾਰੇ 40 ਛੰਦ ਲਿਖਦੇ ਹਨ। ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਜਿਹੜਾ ਹੈ, ਅਨੰਦਪੁਰ ਛੱਡਣ ਤੋਂ ਲੈ ਕੇ ਚਮਕੌਰ ਸਾਹਿਬ ਤੱਕ, ਉਹਦੇ ਤੇ 65 ਛੰਦ, ਤੇ ਫਿਰ ਚਮਕੌਰ ਸਾਹਿਬ ਤੋਂ ਲੈ ਕੇ ਮੁਕਤਸਰ ਤੱਕ ਦਾ ਜੋ ਵੀ ਬਿਰਤਾਂਤ ਜਿਸ ਢੰਗ ਨਾਲ ਉਹਨਾਂ ਨੇ ਦਿੱਤਾ, ਉਹਦੇ ਤੇ 75 ਛੰਦ ਲਿਖੇ ਹਨ। ਤੋ ਫਿਰ ਉਸ ਤੋਂ ਬਾਅਦ ਚਮਕੌਰ ਤੋਂ ਮਾਲਵੇ ਦਾ ਜਿਹੜਾ ਮੁਕਤਸਰ ਦਾ, ਉਹਦਾ 51 ਛੰਦ ਲਿਖੇ ਹਨ, ਤੇ ਅੰਤ ਸਮੇਂ ਦੀ ਸਾਖੀ ਉੱਤੇ 59 ਛੰਦ ਲਿਖੇ ਹਨ। ਤੋ ਇਸ ਤਰ੍ਹਾਂ ਜਿਹੜਾ ਉਹਨਾਂ ਦਾ ਫੋਕਸ ਅਸੀਂ ਦੇਖੀਏ, ਸਭ ਤੋਂ ਜ਼ਿਆਦਾ ਉਹਨਾਂ ਨੇ ਵੱਡਾ ਹਿੱਸਾ ਜਿਹੜਾ ਹੈ ਉਹ ਖਾਲਸੇ ਦੀ ਸਾਜਨਾ ਉੱਤੇ ਲਾਇਆ। ਤੇ ਫਿਰ ਦੋ ਜੰਗਾਂ ਨੂੰ ਅਗਰ ਛੱਡ ਦੇਈਏ, ਤੇ ਫਿਰ ਦੂਜਾ ਸਭ ਤੋਂ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਲਗਾਇਆ, ਉਹ ਸਤਿਗੁਰੂ ਜੀ ਦੇ ਅੰਤ ਸਮੇਂ ਦੀ ਸਾਖੀ ਹੈ। ਤੇ ਇਹ ਜਿਹੜੇ ਲਿਖੇ ਹਨ ਇਹਨਾਂ ਨੇ ਅਧਿਆਏ, ਜਿਹੜੇ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ, ਅੰਤ 'ਚ ਜਾ ਕੇ 2 ਅਧਿਆਏ ਹਨ, ਜਿਨ੍ਹਾਂ ਵਿੱਚ 111 ਛੰਦ ਗੁਰੂ ਜੀ ਦੇ ਸ਼ੋਭਾ ਦੇ ਹਨ। ਤੇ ਭੰਗਾਣੀ ਦੇ ਯੁੱਧ ਤੋਂ ਪਹਿਲਾਂ ਵੀ ਜਿਹੜਾ ਇੱਕ ਅਧਿਆਏ ਉਹਨਾਂ ਨੇ ਜੋ ਸ਼ੁਰੂਆਤ ਦੇ ਵਿੱਚ ਲਿਖਿਆ ਹੈ, ਉਹਦੇ ਵਿੱਚ ਵੀ ਤਕਰੀਬਨ 49 ਛੰਦ ਉਹਨਾਂ ਨੇ ਲਿਖੇ ਹਨ। ਤੋ ਇਸ ਤਰ੍ਹਾਂ ਅਸੀਂ ਦੇਖੀਏ ਕਿ ਬਹੁਤ ਵੱਡਾ ਹਿੱਸਾ ਉਹਨਾਂ ਨੇ ਸਤਿਗੁਰੂ ਜੀ ਦੀ ਸ਼ੋਭਾ ਉੱਤੇ, ਖਾਲਸਾ ਸਾਜਨਾ ਉੱਤੇ, ਤੇ ਜਿਹੜੀ ਉਹਨਾਂ ਦੀ ਅੰਤ ਸਮੇਂ ਦੀ ਸਾਖੀ, ਜਿਹੜੀ ਹਿਸਟੋਰੀਕਲੀ ਤੋਂ ਵੀ ਵੱਧ ਸਾਡੇ ਲਈ ਸਿਧਾਂਤਕ ਤੌਰ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਇਹ ਉਹਨਾਂ ਦਾ ਫੋਕਸ ਰਹੇ ਹਨ। ਜੰਗਾਂ ਦੇ ਉੱਤੇ ਨੋ ਡਾਊਟ ਉਹਨਾਂ ਨੇ ਜਿਹੜੇ ਇੰਪੋਰਟੈਂਟ ਜੰਗ ਸੀ, ਉਹਨਾਂ ਤੇ ਕਾਫੀ ਸਮਾਂ ਖਰਚ ਕੀਤਾ ਹੈ, ਪਰ ਉਹਨਾਂ ਦਾ ਧਿਆਨ ਜਿਹੜਾ ਹੈ ਮੁੱਖ ਤੌਰ ਦੇ ਉੱਤੇ, ਇਹ ਉਹਨਾਂ ਦਾ ਫੋਕਸ ਸਾਨੂੰ ਸਪਸ਼ਟ ਹੋ ਜਾਂਦਾ ਹੈ। ਹੁਣ ਇਹ ਸਾਨੂੰ ਸਮਝ ਆ ਜਾਂਦੀ ਹੈ ਕਿ ਘਟਨਾਵਾਂ ਘਟਨਾਵਾਂ ਨਾਲੋਂ ਜ਼ਿਆਦਾ ਉਹਨਾਂ ਦਾ ਫੋਕਸ ਘਟਨਾਵਾਂ ਨਾਲ ਸੰਬੰਧਿਤ ਵਿਚਾਰਧਾਰਕ ਜਾਂ ਸਿਧਾਂਤਕ ਜਿਹੜੀਆਂ ਗੱਲਾਂ ਨੇ, ਉਹਨਾਂ ਦੀ ਵਿਚਾਰ ਲੜੀ ਜਿਹੜੀ ਹੈ, ਉਹਦੇ ਉੱਤੇ ਵਿਚਾਰ ਕਰਦਿਆਂ ਉਹਨਾਂ ਨੇ ਕਾਫੀ ਸਮਾਂ ਖਰਚ ਕੀਤਾ। ਤਾਂ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਦਾ ਅਸਲ ਧਿਆਨ ਜਿਹੜਾ ਸੀ, ਸਿੱਖੀ ਦੇ ਸਿਧਾਂਤਾਂ ਜਾਂ ਗੁਰਮਤਿ ਸਿਧਾਂਤ ਜਿਹੜੇ ਸਤਿਗੁਰੂ ਜੀ ਦੇ ਕਾਰਨਾਮਿਆਂ ਦੇ ਵਿੱਚੋਂ ਪ੍ਰਗਟ ਹੋ ਰਹੇ ਸਨ, ਉਧਰ ਜ਼ਿਆਦਾ ਸੀ। ਦੂਜੀ ਗੱਲ ਆਪਾਂ ਕੀਤੀ ਸੀ ਕਿ ਜਦੋਂ ਕਵੀ ਜੀ ਨੇ ਇਹ ਪੁਸਤਕ ਸ਼ੁਰੂ ਕੀਤੀ, ਤੇ ਪਹਿਲਾ ਅਧਿਆਇ ਜਿਹੜਾ ਲਿਖਿਆ, ਉਹਦੇ ਵਿੱਚ ਸਤਿਗੁਰੂ ਜੀ ਦੇ ਜੀਵਨ ਮਨੋਰਥ ਬਾਰੇ ਉਹਨਾਂ ਨੇ ਗੱਲ ਕੀਤੀ।
ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਨੋਰਥ ਉਹਨਾਂ ਨੇ ਦੱਸਿਆ, ਮੈਂ ਹੁਣ ਉਹ ਪੰਕਤੀਆਂ ਚੁੱਕ ਕੇ ਆਪ ਜੀ ਨਾਲ ਸਾਂਝੀਆਂ ਕਰ ਚੁੱਕਿਆ ਹਾਂ ਤੇ ਹੁਣ ਰਿਪੀਟ ਨਹੀਂ ਕਰ ਰਿਹਾ, ਕਿ ਉਹ ਮਨੋਰਥ ਉਹਨਾਂ ਨੇ ਖਾਲਸਾ ਸਾਜਣ ਦਾ, ਪੰਥ ਨੂੰ ਪ੍ਰਗਟਾਉਣ ਦਾ, ਇਹ ਸਾਰਾ ਉਹਨਾਂ ਨੇ ਉਹਦਾ ਲਿਖਿਆ ਹੈ। ਔਰ ਇਸ ਧਿਆਏ ਦਾ ਜਿਹੜਾ ਨਾਮ ਵੀ ਜਿਹੜਾ ਉਹਨਾਂ ਨੇ ਲਿਖਿਆ, ਜਿਹਦੇ ਚੋਂ ਸਤਿਗੁਰੂ ਜੀ ਦੇ ਜੀਵਨ ਮਨੋਰਥ ਨੂੰ ਡਿਸਕ੍ਰਾਈਬ ਕਰ ਰਹੇ ਹਨ, ਉਹਦਾ ਨਾਮ ਉਹਨਾਂ ਨੇ ਪੰਥ ਪ੍ਰਗਾਸ ਲਿਖਿਆ ਹੈ। ਤਾਂ ਇਸ ਤੋਂ ਹੀ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਕਵੀ ਜੀ ਦੀਆਂ ਨਜ਼ਰਾਂ ਵਿੱਚ ਜਗਤ ਦੇ ਵਿੱਚ ਖਾਲਸਾ ਪੰਥ ਦਾ ਪ੍ਰਗਾਸ਼ ਕਰਨਾ, ਇਹਨੂੰ ਪ੍ਰਗਟ ਕਰਨਾ, ਉਹ ਮਹਾਨ ਕਾਰਜ ਹੈ ਜਿਸ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਅੰਤਮ ਛੋਹ ਦੇਣ ਦੇ ਵਾਸਤੇ ਇਸ ਜਗਤ ਦੇ ਵਿੱਚ ਆਏ ਸਨ, ਸਾਡੇ ਤੇ ਇਹ ਪਰਉਪਕਾਰ ਕਰਨ ਆਏ ਸਨ। ਬਾਕੀ ਸਾਰੀਆਂ ਘਟਨਾਵਾਂ ਸ਼ਾਇਦ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹੋਰ ਇੰਨੀਆਂ ਇੰਪੋਰਟੈਂਟ ਨਹੀਂ ਸਨ ਜਿੰਨਾ ਕਿ ਇਹ ਕੰਮ ਸੀ। ਤੋ ਕਵੀ ਜੀ ਨੇ ਆਪਣੀ ਸੋਚ ਦੇ ਮੁਤਾਬਕ ਘਟਨਾਵਾਂ ਚੁਣੀਆਂ ਹਨ, ਕੁਝ ਛੱਡੀਆਂ ਵੀ ਹਨ। ਤੋ ਲੇਕਿਨ ਇਹਨਾਂ ਦੀ ਨਜ਼ਰ ਦੇ ਵਿੱਚ ਖਾਲਸਾ ਪੰਥ ਦਾ ਜਿਹੜਾ ਪ੍ਰਗਾਸ਼ ਹੋਇਆ ਹੈ ਤੇ ਉਹਦੇ ਜਿਹੜੇ ਸਿਧਾਂਤਕ ਪੱਖ ਹਨ, ਜਾਂ ਮਨੋਵਿਗਿਆਨਕ, ਸਮਾਜਕ, ਰਾਜਨੀਤਿਕ, ਇਹ ਸਾਰੀ ਉਸਾਰੀ ਜਿਹੜੀ ਖਾਲਸਾ ਪੰਥ ਦੀ ਸਤਿਗੁਰੂ ਜੀ ਨੇ ਕਰਨੀ ਸੀ, ਉਹ ਉਹਨਾਂ ਲਈ ਬਹੁਤ ਮਹੱਤਵਪੂਰਨ ਸੀ। ਜਿਹੜੀ ਰਹਿਤ ਸਤਿਗੁਰੂ ਜੀ ਨੇ ਸਾਨੂੰ ਸਮਝਾਈ, ਉਹ ਉਹਨਾਂ ਨੇ ਜਿਸ ਢੰਗ ਨਾਲ ਵੀ ਦੱਸੀ, ਪਰ ਉਹਨਾਂ ਦੀ ਨਜ਼ਰ ਵਿੱਚ ਉਹ ਬਹੁਤ ਮਹੱਤਵਪੂਰਨ ਸੀ, ਉਹਦੇ ਤੇ ਕਾਫੀ ਸਮਾਂ ਵੀ ਉਹ ਖਰਚ ਕਰਦੇ ਆ। ਤੋ ਅੱਜ ਅਸੀਂ ਪੰਥ ਪ੍ਰਗਾਸ਼ ਦੇ ਜਿਹੜੇ 3 ਚੈਪਟਰ ਹਨ, ਪੰਥ ਪ੍ਰਗਾਸ਼ ਤਾਂ ਉਹਨਾਂ ਦਾ ਜੀਵਨ ਮਨੋਰਥ ਦੱਸਿਆ, ਅੱਗੋਂ ਜਿਹੜੇ 3 ਚੈਪਟਰ ਉਹਨਾਂ ਨੇ ਖਾਲਸਾ ਪ੍ਰਗਟ ਕਰਨ ਬਾਰੇ ਲਿਖੇ ਹਨ, ਉਹਨਾਂ ਦੀ ਵਿਚਾਰ ਕਰਨੀ ਹੈ। ਪਰ ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਸਾਨੂੰ ਇੱਕ ਪੂਰਾ ਕੰਟੈਕਸਟ ਸਮਝਣ ਦੀ ਲੋੜ ਹੈ। ਥੋੜਾ ਜਿਹਾ ਸਮਾਂ ਅਸੀਂ ਇੱਧਰ ਖਰਚ ਕਰਾਂਗੇ ਕਿ ਇੱਕ ਪ੍ਰੋਸੈਸ ਚੱਲ ਰਿਹਾ ਹੈ ਜਿਹੜਾ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਜਿਹਦਾ ਅੰਤਲਾ ਰਿਜ਼ਲਟ ਸਾਡੇ ਸਾਹਮਣੇ ਖਾਲਸੇ ਦਾ ਪੰਥ ਪ੍ਰਗਾਸ ਦੇ ਰੂਪ ਦੇ ਵਿੱਚ ਨਿਕਲਦਾ ਹੈ। ਤੋ ਇਹਦਾ ਪਹਿਲਾ ਕਦਮ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਕਾਲ ਪੁਰਖ ਨਾਲ ਇਕਮਿਕ ਹੋ ਕੇ, ਦੂਜੇ ਧਰਮਾਂ ਦਾ ਅਧਿਐਨ ਕਰਕੇ, ਦੂਜੇ ਧਰਮਾਂ ਦੀਆਂ ਪੁਸਤਕਾਂ ਨੂੰ ਜਾਣ ਕੇ, ਬੁੱਝ ਕੇ, ਚਰਚਾਵਾਂ ਆਦਿਕ ਦੇ ਨਾਲ ਉਹਨਾਂ ਨੇ ਸਿੱਖ ਧਰਮ ਦੀ ਜਿਹੜੀ ਸਿਧਾਂਤਕ ਨੀਂਹ ਹੈ, ਉਹ ਬਹੁਤ ਉਹਨਾਂ ਨੇ ਡੂੰਘੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ। ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ ਵੀ ਸੱਚ ਕੋਟ ਸਤਾਣੀ ਨੀਂਹ ਦਾ, ਉਹ ਬੜੀ ਇੱਕ ਨੀਂਹ ਮਜ਼ਬੂਤ ਉਹਨਾਂ ਨੇ ਸਿਧਾਂਤਾਂ ਦੀ, ਸਿੱਖ ਪੰਥ ਦੀ, ਜਿਹੜੀ ਖਾਲਸਾ ਪੰਥ ਦੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ। ਉਸ ਤੋਂ ਬਾਅਦ ਜਿਹੜਾ ਦੂਜਾ ਸਿਗਨੀਫੀਕੈਂਟ ਇਵੈਂਟ ਹੁੰਦਾ, ਉਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਉਹ ਦੂਜਾ ਨਾਨਕ ਥਾਪ ਕੇ ਜਾਂਦੇ ਆ। ਸਿਰਫ ਉਹਨਾਂ ਨੂੰ ਆਪਣੀ ਥਾਂ ਦੇ ਉੱਤੇ ਗੱਦੀ ਨਹੀਂ ਦੇ ਕੇ ਜਾਂਦੇ, ਜਿਵੇਂ ਆਮ ਧਰਮਾਂ ਦੇ ਵਿੱਚ, ਆਮ ਸੰਪਰਦਾਵਾਂ ਦੇ ਵਿੱਚ ਚੱਲਦਾ ਹੈ। ਉਹ ਉਹਨਾਂ ਨੂੰ ਆਪਣਾ ਅੰਗ ਡਿਕਲੇਅਰ ਕਰਕੇ ਜਾਂਦੇ ਹਨ ਤੇ ਉਹਨਾਂ ਨੂੰ ਨਾਨਕ ਛਾਪ ਵਰਤਣ ਦੇ ਹੱਕ ਵੀ ਦੇ ਕੇ ਜਾਂਦੇ ਹਨ, ਜਾਂ ਹਦਾਇਤ ਵੀ ਕਰਕੇ ਜਾਂਦੇ। ਇਹ ਇੱਕ ਬੜੀ ਸਿਗਨੀਫੀਕੈਂਟ ਚੀਜ਼ ਹੈ ਜਿਹੜੀ ਅਸੀਂ ਆਮ ਤੌਰ ਦੇ ਉੱਤੇ ਉਹਦੇ ਬਾਰੇ ਜ਼ਿਆਦਾ ਸੋਚਦੇ ਨਹੀਂ, ਕਿ ਜਦੋਂ ਨਾਨਕ ਇੱਕ ਤੋਂ ਦੂਜਾ ਨਾਨਕ ਬਣ ਗਿਆ ਤਾਂ ਗੱਲ ਸਪਸ਼ਟ ਹੋ ਗਈ ਕਿ ਨਾਨਕ ਕਿਸੇ ਸਰੀਰ ਦਾ ਨਾਮ ਨਹੀਂ ਹੈ, ਨਾਨਕ ਜੋਤ ਦਾ ਨਾਮ ਹੈ, ਜਿਹੜੀ ਪਹਿਲਾਂ ਨਾਨਕ ਨਾਮ ਦੇ ਵਿਅਕਤੀ ਦੇ ਸਰੀਰ ਵਿੱਚ ਸੀ, ਹੁਣ ਅੰਗਦ ਨਾਮ ਦੇ ਵਿਅਕਤੀ ਦੇ ਵਿੱਚ ਹੈ। ਪਰ ਇੱਥੇ ਜਿਹੜਾ ਜੋਤ ਹੈ, ਉਹਦਾ ਪ੍ਰਗਾਸ਼ ਹੋ ਰਿਹਾ ਹੈ, ਉਹਦੇ ਨਾਲ ਹੀ ਅਕਾਲ ਪੁਰਖ ਦੀ ਜੋਤ ਦੇ ਨਾਲ ਹੀ ਸਿੱਖ ਧਰਮ ਦੀ ਨੀਂਹ ਰੱਖੀ ਗਈ ਹੈ। ਤੋ ਇਸ ਤਰੀਕੇ ਨਾਲ ਅਗਰ ਦੇਖੀਏ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਜਿਹੜਾ ਇੱਕ ਰੈਵੋਲੂਸ਼ਨਰੀ ਐਕਟ ਸੀ, ਜਿਹਦੇ ਬਾਰੇ ਉਲਟੀ ਗੰਗ ਵਹਾਇਨ ਵੀ ਕਿਹਾ ਗਿਆ ਤੇ ਬੜੇ ਵੱਡੇ ਵੱਡੇ ਲਕਬ ਵੀ ਵਰਤੇ ਗਏ, ਅਸੀਂ ਉਹਨਾਂ ਨੂੰ ਸਿਰਫ ਇੱਕ ਕਾਵਿਕ ਐਕਸਪ੍ਰੈਸ਼ਨ ਸਮਝ ਲੈਂਦੇ ਹਾਂ, ਪਰ ਉਹ ਵਾਕਈ ਇਸ ਤਰ੍ਹਾਂ ਦੀ ਗੱਲ ਸੀ ਕਿ ਸਤਿਗੁਰੂ ਜੀ ਨੇ ਡਿਕਲੇਅਰ ਕਰ ਦਿੱਤਾ ਕਿ ਗੁਰੂ ਜੋਤ ਹੈ, ਗੁਰੂ ਜਾਂ ਦੂਜਾ ਪੱਖ ਉਹਦਾ ਗੁਰੂ ਸ਼ਬਦ ਹੈ ਜੋ ਜੋਤ ਦਾ ਰੂਪ ਹੈ, ਸਰੀਰ ਜੋਤ, ਸਰੀਰ ਗੁਰੂ ਨਹੀਂ ਹੈ। ਇਹ ਇੱਕ ਐਕਟ ਦੇ ਵਿੱਚ ਗੱਲ ਸਪਸ਼ਟ ਹੋ ਗਈ, ਔਰ ਇਹ ਵਰਤਾਰਾ ਜਿਹੜਾ ਹੈ 9ਵੇਂ ਗੁਰੂ ਸਾਹਿਬ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ। ਬਹੁਤ ਸਾਰੇ ਵੱਡੇ ਵੱਡੇ ਕੰਮ ਵੀ ਹੋਏ, ਉਹਨਾਂ ਦਾ ਆਪਾਂ ਜ਼ਿਕਰ ਨਹੀਂ ਕਰਾਂਗੇ, ਪਰ ਇਸ ਤੋਂ ਇਹ ਗੱਲ ਪ੍ਰਗਟ ਹੋ ਗਈ। ਤੋ ਰਸਤੇ ਦੇ ਵਿੱਚ ਜਿੰਨਾ ਡਿਵੈਲਪਮੈਂਟ ਦਾ ਪ੍ਰੋਸੈਸ ਸੀ ਪੰਥ ਪ੍ਰਗਾਸ਼ ਦੀ ਕਿਰਿਆ ਦਾ, ਉਹਦੇ ਵਿੱਚ ਬਹੁਤ ਸਾਰੇ ਹੋਰ
ਧਰਮ ਨੂੰ ਮੁੱਖ ਰੱਖ ਕੇ ਵੀ ਕਦਮ ਚੁੱਕੇ ਗਏ, ਜਿਨ੍ਹਾਂ ਵਿੱਚੋਂ ਇੱਕ ਦੋ ਚੀਜ਼ਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਦੇ ਵਿੱਚ ਪੀੜੇ ਥਾਪੇ ਗਏ, ਮੰਜੀਆਂ ਥਾਪੀਆਂ ਗਈਆਂ, ਮਸੰਦਾਂ ਨੂੰ ਥਾਪਿਆ ਗਿਆ, ਤੇ ਫਿਰ ਪ੍ਰਚਾਰਕਾਂ ਨੂੰ ਵੀ ਥਾਂ ਥਾਂ ਦੇ ਉੱਤੇ ਭੇਜਿਆ ਜਾਂਦਾ ਰਿਹਾ। ਜਿਵੇਂ ਅਸੀਂ ਜਾਣਦੇ ਹਾਂ, ਭਾਈ ਗੁਰਦਾਸ ਜੀ ਵੀ ਪ੍ਰਚਾਰ ਦੌਰੇ ਕਰਦੇ ਰਹੇ। ਹੋਰ ਸਿੱਖਾਂ ਦੇ ਬਾਰੇ ਵੀ ਮਸ਼ਹੂਰ ਹੈ, ਜਿਹੜੇ ਕਿ ਨਾ ਮੰਜੀਦਾਰ ਸਨ, ਨਾ ਮਸੰਦ ਸਨ, ਪਰ ਪ੍ਰਚਾਰ ਦੌਰਿਆਂ ਦੇ ਉੱਤੇ ਜਾਂਦੇ ਰਹਿੰਦੇ ਸਨ। ਤੋ ਇਹ ਸਾਰੇ ਕੰਮ ਜਿਹੜੇ ਸਨ, ਇਹ ਇਸ ਪੰਥ ਨੂੰ ਇੱਕ ਪੱਕੀ ਨੀਂਹ ਦੇ ਉੱਤੇ ਸਥਾਪਿਤ ਕਰਨ ਦੇ ਕਦਮ ਸਨ, ਜਿਹੜੇ ਨੌਵੇਂ ਪਾਤਸ਼ਾਹ ਤੱਕ ਇਹ ਚੱਲਦੇ ਰਹੇ। ਇਹ ਕਿਸੇ ਨਾ ਕਿਸੇ ਢੰਗ ਨਾਲ ਇਹ ਸਾਰੇ ਕਦਮ ਚੱਲਦੇ ਰਹੇ। ਇਸ ਤੋਂ ਬਾਅਦ ਪੰਥ ਦੀ ਸਿਰਜਣਾ ਦਾ, ਪੰਥ ਦੇ ਪ੍ਰਗਾਸ ਦਾ ਉਹ ਪੜਾਅ ਆ ਗਿਆ, ਜਦੋਂ ਪੰਥ ਨੂੰ ਸਾਰੇ ਸਹਾਰਿਆਂ ਤੋਂ ਮੁਕਤ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਤਿਆਰ ਕਰਨਾ ਸੀ। ਭਾਵ ਇਹ ਕਿ ਨਾ ਤਾਂ ਉਸ ਤੋਂ ਬਾਅਦ ਪੰਥ ਨੂੰ ਆਪਣੇ ਆਪ ਤੇ ਖੜੇ ਹੋਣ ਲਈ ਨਾ ਤਾਂ ਦੇਹਧਾਰੀ ਗੁਰੂ ਦੇ ਉੱਤੇ ਡਿਪੈਂਡੈਂਟ ਹੋਣ ਦੀ ਲੋੜ ਸੀ, ਤੇ ਨਾ ਇਹਦੇ ਜਿਹੜੇ ਹੋਰ ਢਾਂਚੇ ਰਚੇ ਗਏ ਸਨ ਉਸ ਤੋਂ ਵੀ ਮੁਕਤ ਕਰਕੇ ਖਾਲਸਾ ਪੰਥ ਨੂੰ ਬਿਲਕੁਲ ਆਜ਼ਾਦ ਹਸਤੀ ਦੇਣੀ ਸੀ, ਜਿਹੜੀ ਆਪਣੇ ਲੈਵਲ ਦੇ ਉੱਤੇ ਉਸ ਅਕਾਲ ਪੁਰਖ ਨਾਲ ਜੁੜ ਕੇ ਇਸ ਜਗਤ ਦੇ ਵਿੱਚ ਉਹ ਧਰਮ ਦਾ ਪ੍ਰਚਾਰ ਕਰ ਸਕੇ, ਉਹ ਇਨਸਾਨੀਅਤ ਦਾ ਪ੍ਰਚਾਰ ਕਰ ਸਕੇ, ਜਿਹੜੀ ਕਿ ਗੁਰਮਤਿ ਦੇ ਅਸੂਲਾਂ ਦੇ ਮੁਤਾਬਕ ਸੀ। ਸੋ ਹੁਣ ਉਹ ਸਮਾਂ ਆ ਗਿਆ ਸੀ ਜਦੋਂ ਦੇਹਧਾਰੀ ਗੁਰੂ ਦੀ ਲੋੜ ਤੋਂ ਵੀ ਆਜ਼ਾਦ ਹਸਤੀ ਸਿਰਜਣੀ ਸੀ। ਜਿਹੜੇ ਹੋਰ ਸਹਾਰੇ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਣਾਏ ਗਏ ਸਨ, ਮੰਜੀਆਂ, ਮਸੰਦ ਤੇ ਹੋਰ ਇਸ ਤਰ੍ਹਾਂ, ਉਹਨਾਂ ਸਾਰਿਆਂ ਸਹਾਰਿਆਂ ਤੋਂ ਹੀ ਸਤਿਗੁਰੂ ਜੀ ਨੇ ਆਜ਼ਾਦੀ ਦੇਣੀ ਸੀ ਕਿ ਖਾਲਸਾ ਸਭ ਕੁਝ ਆਪ ਲਵੇ ਆਪਣੇ ਹੱਥ 'ਚ, ਤੇ ਸਾਰੀਆਂ ਜ਼ਿੰਮੇਵਾਰੀਆਂ ਆਪ ਸੰਭਾਲੇ। ਤੇ ਫਿਰ ਇਸ ਤੋਂ ਬਾਅਦ ਖਾਲਸੇ ਦਾ ਸੰਬੰਧ ਗੁਰੂ ਦੇ ਨਾਲ ਹੁੰਦਿਆਂ ਹੋਇਆਂ ਵੀ ਸਿੱਧਾ ਸੰਬੰਧ ਅਕਾਲ ਪੁਰਖ ਨਾਲ ਜੋੜ ਕੇ ਖਾਲਸੇ ਨੂੰ ਕਿਸੇ ਵੀ ਦੁਨਿਆਵੀ ਸਹਾਰੇ, ਵਿਚੋਲੇ ਤੇ ਗਾਈਡ ਤੋਂ ਆਜ਼ਾਦ ਕਰਕੇ ਅਕਾਲ ਪੁਰਖ ਦਾ ਖਾਲਸਾ, ਵਾਹਿਗੁਰੂ ਦਾ ਖਾਲਸਾ ਬਣਾਉਣਾ ਸੀ। ਉਹਨੂੰ ਅਗਰ ਲੋੜ ਸੀ ਤਾਂ ਕੇਵਲ ਦੋ ਚੀਜ਼ਾਂ ਦੀ ਸੀ, ਕਿ ਖਾਲਸਾ ਖੁਦ ਪੰਥ ਦੇ ਰੂਪ ਵਿੱਚ ਇਕੱਠਾ ਹੋ ਕੇ ਗਾਈਡ ਕਰੇ, ਤੇ ਉਹਨੂੰ ਲੋੜ ਜਿਹੜੀ ਸੀ ਗਾਈਡੈਂਸ ਦੀ, ਉਹ ਕੇਵਲ ਬਾਣੀ ਤੋਂ, ਜੋ ਅਕਾਲ ਪੁਰਖ ਦਾ ਜੋਤ ਰੂਪ ਹੈ, ਉਹਦੇ ਤੇ ਭਰੋਸਾ ਹੋਵੇ। ਬਸ ਇਹ ਦੋ ਚੀਜ਼ਾਂ ਤੋਂ ਇਲਾਵਾ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਾ ਪਵੇ। ਤੋ ਇਸ ਤਰ੍ਹਾਂ ਅਸੀਂ ਜੇ ਪੂਰੇ ਪ੍ਰੋਸੈਸ ਨੂੰ ਨਜ਼ਰ ਦੇ ਵਿੱਚ ਰੱਖੀਏ, ਤਾਂ ਇਹ ਜਿਹੜੇ ਅੰਤ ਦੇ ਜਿਹੜੇ ਸਟੈਪ ਸਨ, ਉਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਚੁੱਕਣੇ ਸਨ। ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪ੍ਰੋਸੈਸ ਚੱਲਦਾ ਆ ਰਿਹਾ ਸੀ, ਉਹਦੀ ਕਲਮੀਨੇਸ਼ਨ ਇਸ ਤਰੀਕੇ ਨਾਲ ਹੋਣੀ ਸੀ। ਹੁਣ ਇੱਥੇ ਆ ਕੇ ਇਸ ਅੰਤਮ ਚਰਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਕੌਤਕ ਵਰਤਾਏ, ਕੀ ਕਾਰਨਾਮੇ ਕੀਤੇ। ਹੁਣ ਸੈਨਾਪਤ ਨੇ ਜਿਵੇਂ ਆਪਣੇ ਇਸ ਪੁਸਤਕ ਦੇ ਵਿੱਚ ਲਿਖਿਆ, ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਖਾਸ ਉੱਭਰ ਕੇ ਆਉਂਦੀਆਂ, ਉਹ ਥੋੜੀਆਂ ਜਿਹੀਆਂ ਸਾਡੇ ਲਈ ਬਹੁਤ ਧਿਆਨ ਮੰਗਣ ਵਾਲੀਆਂ ਵੀ ਕਈ ਚੀਜ਼ਾਂ ਹਨ। ਪਹਿਲੀ ਚੀਜ਼, ਉਹ ਸਭ ਤੋਂ ਵੱਡੀ ਜਿਹੜੀ ਲਿਖਦਾ ਹੈ ਕਿ ਮਸੰਦਾਂ ਤੋਂ ਆਜ਼ਾਦੀ ਸਿੱਖਾਂ ਨੂੰ ਦਿੱਤੀ ਗਈ। ਭਾਵ ਇਹਦਾ ਇਹ ਸੀ ਕਿ ਹਰ ਕਿਸਮ ਦਾ ਵਿਚੋਲਾ ਜਿਹੜਾ ਹੈ ਅਕਾਲ ਪੁਰਖ ਔਰ ਖਾਲਸੇ ਦੇ ਵਿੱਚੋਂ ਕੱਢਣ ਦਾ ਪ੍ਰੋਸੈਸ ਸ਼ੁਰੂ ਕਰਨ ਲੱਗਿਆ, ਸਤਿਗੁਰੂ ਜੀ ਨੇ ਪਹਿਲਾ ਕਦਮ ਜਿਹੜਾ ਚੁੱਕਿਆ, ਉਹ ਮਸੰਦਾਂ ਤੋਂ ਸਿੱਖਾਂ ਦੀ ਆਜ਼ਾਦੀ ਕਰਵਾਈ। ਹੁਣ ਇਹ ਸਿਧਾਂਤਕ ਗੱਲ ਹੈ। ਸਾਨੂੰ ਅੱਗੋਂ ਆਉਣ ਵਾਲੇ ਇਤਿਹਾਸਕ ਸਰੋਤ ਜਿਨ੍ਹਾਂ ਦੀ ਅਸੀਂ ਵਿਚਾਰ ਕਰ ਚੁੱਕੇ ਹਾਂ, ਉਹਨਾਂ ਦੇ ਵਿੱਚ ਸਾਨੂੰ ਕੇਵਲ ਇੱਕੋ ਹੀ ਕਹਾਣੀ ਮਿਲਦੀ ਹੈ ਕਿ ਮਸੰਦ ਬੜੇ ਕਰਪਟ ਹੋ ਗਏ ਸਨ, ਉਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਉਹਨਾਂ ਦਾ ਜਨਤਾ ਦੇ ਵਿੱਚ, ਸੰਗਤ ਦੇ ਵਿੱਚ ਵਰਤਾਰਾ ਬੜਾ ਘਿਰਨਾਯੋਗ ਹੋ ਗਿਆ ਸੀ। ਤੋ ਇਸ ਕਰਕੇ ਗੁਰੂ ਸਾਹਿਬ ਨੇ ਮਸੰਦਾਂ ਨੂੰ ਖਤਮ ਕਰ। ਹੁਣ ਇਹਦੇ ਵਿੱਚ ਸਿਧਾਂਤਕ ਪੱਖ ਜਿਹੜਾ ਹੈ, ਉਹ ਉਸ ਕਹਾਣੀ ਵਿੱਚੋਂ ਸਾਡੇ ਸਾਹਮਣੇ ਉੱਭਰ ਕੇ ਨਹੀਂ ਆਉਂਦਾ। ਪਰ ਇੱਥੇ ਸੈਨਾਪਤੀ ਜੀ ਨੇ ਜਿੱਦਾਂ ਇਹਦਾ ਬਿਆਨ ਕੀਤਾ, ਉਹਦੇ ਤੋਂ ਇਹ ਗੱਲ ਬੜੀ ਸਪਸ਼ਟ ਨਜ਼ਰ ਆ ਜਾਂਦੀ ਹੈ ਕਿ ਖਾਲਸੇ ਦਾ ਪਹਿਲਾਂ ਗੁਰੂ ਦੇ ਨਾਲ ਸਿੱਧਾ ਸੰਬੰਧ ਜੋੜਨ ਦੀ ਲੋੜ ਸੀ, ਤੇ ਇਸ ਕੰਮ ਵਾਸਤੇ ਉਹਨਾਂ ਨੇ ਕਿਹਾ ਕਿ ਮਸੰਦਾਂ ਨੂੰ ਹਟਾਇਆ ਗਿਆ। ਉਹਨਾਂ ਨੇ ਕਿਤੇ ਮਸੰਦਾਂ ਦੇ ਭੈੜੇ ਕਾਰਨਾਮਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਇੱਕ ਸਿਧਾਂਤਕ ਤਰੀਕੇ ਦੇ ਨਾਲ ਮਸੰਦਾਂ ਨੂੰ ਕੱਢ ਕੇ ਸਿੱਧੇ ਗੁਰੂ ਨਾਲ ਜੋੜਨ ਦਾ ਉਹਨਾਂ ਨੇ ਪ੍ਰੋਸੈਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ। ਅੱਜ ਆਪਾਂ ਡਿਸਕਸ ਵੀ ਕਰਾਂਗੇ ਅੱਗੇ ਚੱਲ ਕੇ। ਭਾਵ ਇਹ ਹੈ ਕਿ ਗੁਰੂ ਤੇ ਸਿੱਖ ਦੇ ਵਿਚਾਲੇ ਹੁਣ ਹੋਰ ਕੋਈ ਨਹੀਂ ਹੋਵੇਗਾ, ਜਾਂ ਇਉਂ ਕਹਿ ਲਓ ਕਿ ਅਕਾਲ ਪੁਰਖ ਤੇ ਸਿੱਖ ਦੇ ਵਿਚਾਲੇ ਹੁਣ ਕੋਈ ਵਿਚੋਲਾ ਨਹੀਂ ਹੋਵੇਗਾ। ਫਿਰ ਅਗਲਾ ਕਦਮ ਜਿਹੜਾ ਗੁਰੂ ਸਾਹਿਬ ਨੇ ਚੁੱਕਿਆ, ਉਹ ਸੀ ਕਿ ਗੁਰੂ ਦੀ ਦੇਹ ਤੋਂ ਆਜ਼ਾਦੀ ਬਖਸ਼ ਕੇ ਗੁਰਬਾਣੀ ਨੂੰ, ਬਾਣੀ ਨੂੰ ਜਾਂ ਸ਼ਬਦ ਨੂੰ ਗੁਰੂ ਬਣਾਉਣ ਦਾ ਜਿਹੜਾ ਪ੍ਰੋਸੈਸ, ਉਹ ਉਹਨਾਂ ਨੇ ਦੇਹ ਦੇ ਹੁੰਦਿਆਂ ਵੀ ਸ਼ੁਰੂ ਕਰ ਦਿੱਤਾ।
ਕੀ ਭਾਵ ਇਹਦਾ ਕਿ ਜਦੋਂ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਪਾਹੁਲ ਆਪ ਮੰਗ ਕੇ ਲਈ ਤਾਂ ਇੱਕ ਗੱਲ ਸਪਸ਼ਟ ਹੋ ਗਈ ਕਿ ਹੁਣ ਖਾਲਸੇ ਨੂੰ ਗੁਰੂ ਦੀ ਦੇਹ ਤੋਂ ਉਹ ਕੰਮ ਲੈਣ ਦੀ ਲੋੜ ਨਹੀਂ ਰਹੀ। ਖਾਲਸੇ ਨੂੰ ਇਸ ਗੱਲ ਦੇ ਸਮਰੱਥ ਬਣਾ ਦਿੱਤਾ ਗਿਆ ਕਿ ਉਹ ਗੁਰੂ ਨੂੰ ਵੀ ਪਾਵਲ ਦੇਵੇ। ਤਾਂ ਇਹਦੇ ਵਿੱਚ ਹੀ ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਹੁਣ ਇਸ ਤੋਂ ਬਾਅਦ ਗੁਰੂ ਦੀ ਦੇਹ ਜਿਹੜੀ ਹੈ ਉਹਦਾ ਪ੍ਰੋਸੈਸ ਹੁਣ ਖਤਮ ਹੋਣਾ ਹੈ, ਕਿਉਂਕਿ ਇਹ ਇੱਕ ਇਰਰਿਵਰਸੀਬਲ ਪ੍ਰੋਸੈਸ ਸੀ ਆਪਣੇ ਆਪ ਦੇ ਵਿੱਚ। ਅਸੀਂ ਅਕਸਰ ਇਹ ਸਮਝ ਲੈਂਦੇ ਹਾਂ ਕਿ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ ਗੁਰਿਆਈ ਬਖਸ਼ੀ ਗੁਰੂ ਗ੍ਰੰਥ ਨੂੰ ਤੇ ਖਾਲਸੇ ਨੂੰ। ਖਾਲਸੇ ਨੂੰ ਤਾਂ ਗੁਰਿਆਈ ਉਹ ਜਿਹੜੀ ਵਿਸਾਖੀ ਦੇ ਦਿਨ 1699 ਦੇ ਦਿਨ ਪੰਜ ਪਿਆਰੇ ਸਾਜ ਕੇ ਜਦੋਂ ਛੇਵੇਂ ਸਿੰਘ ਗੁਰੂ ਸਾਹਿਬ ਆਪ ਬਣੇ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ, ਉਸ ਵਕਤ ਤੋਂ ਉਸ ਛਿਣ ਤੋਂ ਹੀ ਗੁਰੂ ਦੀ ਦੇਹ ਤੋਂ ਆਜ਼ਾਦੀ ਤਾਂ ਸਿੱਖੀ ਨੂੰ ਮਿਲ ਗਈ ਸੀ। ਹੁਣ ਇੱਕ ਪ੍ਰੋਸੈਸ ਚੱਲਣਾ ਸੀ ਜਿਹੜਾ ਕਿ ਪ੍ਰੋਸੈਸ ਕਲਮੀਨੇਟ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੇ ਜਾ ਕੇ ਫਾਈਨਲ ਉਹਦਾ ਪਿਕਚਰ ਇਮਰਜ ਕਰਨੀ ਸੀ। ਲੇਕਿਨ ਇਹ ਪ੍ਰੋਸੈਸ ਉਸ ਦਿਨ ਸ਼ੁਰੂ ਹੋ ਗਿਆ ਸੀ ਕਿ ਅਲਟੀਮੇਟਲੀ ਦੇਹਧਾਰੀ ਦਾ ਜਿਹੜਾ ਪ੍ਰਥਾ ਹੈ ਉਹ ਬੰਦ ਹੋਣੀ ਹੈ। ਉਹਦਾ ਜਿਹੜਾ ਸਟੈਪ ਬਾਈ ਸਟੈਪ ਪ੍ਰੋਸੈਸ ਉਦੋਂ ਸ਼ੁਰੂ ਹੋ ਗਿਆ। ਫਿਰ ਇਹ ਅੱਗੇ ਵੀ ਕਈ ਘਟਨਾਵਾਂ ਹਨ, ਚਮਕੌਰ ਸਾਹਿਬ ਤੋਂ ਗੁਰੂ ਸਾਹਿਬ ਦਾ ਨਿਕਲਣਾ, ਜਾਂ ਅਸੀਂ ਸੁਣਦੇ ਹਾਂ ਸਾਖੀ ਦਾਦੂ ਦੀ ਕਬਰ ਉੱਤੇ। ਇਹ ਸਾਰੀਆਂ ਗੱਲਾਂ ਉਸ ਚੀਜ਼ ਦੀ ਕਨਫਰਮੇਸ਼ਨ ਸਨ ਕਿ ਬਈ ਹੁਣ ਖਾਲਸਾ ਆਪਣੀ ਕੇਅਰ ਆਪ ਕਰਨ ਦੇ ਕਾਬਲ ਹੋ ਚੁੱਕਾ ਹੈ, ਆਪਣੇ ਡਿਸੀਜਨ ਆਪ ਲੈਣ ਦੇ ਕਾਬਲ ਹੋ ਚੁੱਕਾ ਹੈ। ਤੋ ਇਹ ਜਿਹੜਾ ਪ੍ਰੋਸੈਸ ਸੀ ਉਹ ਵਿਸਾਖੀ ਦੇ ਦਿਨ ਸ਼ੁਰੂ ਹੋਇਆ। ਹੁਣ ਫਿਰ ਜੇ ਖਾਲਸੇ ਨੂੰ ਆਜ਼ਾਦ ਹਸਤੀ ਦੇਣੀ ਹੈ ਤਾਂ ਖਾਲਸੇ ਦੀ ਰਹਿਣੀ ਵੀ ਉਸ ਆਜ਼ਾਦ ਹਸਤੀ ਦੇ ਮੁਤਾਬਕ ਬਣਨੀ ਜ਼ਰੂਰੀ ਸੀ। ਇਸ ਕਰਕੇ ਖਾਲਸੇ ਦੀ ਇੱਕ ਸਪੈਸੀਫਿਕ ਰਹਿਤ, ਉਹਦੀ ਜੀਵਨ ਜਾਚ, ਉਹਨੇ ਕਿਸ ਤਰ੍ਹਾਂ ਆਪਸ ਵਿੱਚ ਵਰਤਣਾ ਹੈ, ਕਿਸ ਤਰ੍ਹਾਂ ਉਹਨਾਂ ਨਾਲ ਵਰਤਣਾ ਹੈ ਜਿਹੜੇ ਖਾਲਸੇ ਤੋਂ ਆਕੀ ਹੋ ਜਾਂਦੇ ਹਨ, ਭਾਵੇਂ ਗੁਰੂ ਨਾਨਕ ਦੇ ਹੀ ਸਿੱਖ ਹੁੰਦੇ ਹਨ। ਉਹਨਾਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ, ਬਹਿਣਾ ਹੈ, ਕਿਸ ਤਰ੍ਹਾਂ ਆਪਣੇ ਮਸਲੇ ਨਿਬੇੜਨੇ ਹਨ, ਕਿਹੜੀ ਦ੍ਰਿੜਤਾ ਵਰਤਣੀ ਹੈ ਤੇ ਕਿਹੜੀ ਫਲੈਕਸੀਬਿਲਿਟੀ ਵਰਤਣੀ ਹੈ, ਇਹ ਸਾਰੀਆਂ ਗੱਲਾਂ ਸੈਨਾਪਤੀ ਜੀ ਨੇ ਸਾਨੂੰ ਸਾਰੀਆਂ ਦੱਸੀਆਂ। ਫਿਰ ਅੰਤ ਦੇ ਵਿੱਚ ਜਿਹੜਾ ਲਾਸਟ ਸਟੈਪ ਸਤਿਗੁਰੂ ਜੀ ਨੇ ਲੈਣਾ ਸੀ, ਅਸੀਂ ਸਾਰੇ ਜਾਣਦੇ ਹਾਂ ਕਿ ਦੇਹਧਾਰੀ ਗੁਰੂ ਦੀ ਦੇਹ ਦੀ ਰਵਾਇਤ ਖਤਮ ਕਰਕੇ ਗੁਰੂ ਦੀ ਜੋਤ ਦੀ ਰਵਾਇਤ, ਗੁਰਬਾਣੀ ਤੇ ਖਾਲਸਾ ਪੰਥ ਦੀ ਰਵਾਇਤ ਜਿਹੜੀ ਹੈ, ਇਹਨਾਂ ਦੇ ਵਿੱਚ ਗੁਰਿਆਈ ਦੀ ਗੁਰੂ ਬਾਣੀ ਤੇ ਗੁਰੂ ਖਾਲਸਾ ਪੰਥ ਦੀ ਰਵਾਇਤ ਜਿਹੜੀ ਇਹਦੀ ਸ਼ੁਰੂ ਕਰਨੀ ਸੀ। ਤੇ ਹਰ ਸਿੱਖ ਨੇ ਭਾਵੇਂ ਉਹ ਇੰਡੀਵਿਜੂਅਲੀ ਵੀ ਆਪਣੇ ਆਪ ਨੂੰ ਖਾਲਸਾ ਕਹਿੰਦਾ ਹੋਵੇ, ਉਹਨੇ ਖਾਲਸਾ ਪੰਥ ਦਾ ਤਾਬੇਦਾਰ ਰਹਿਣਾ ਹੈ। ਔਰ ਗੁਰਬਾਣੀ ਗੁਰੂ ਦਾ, ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਸਤਿਗੁਰੂ ਜੀ ਨੇ ਵੀ ਮੱਥਾ ਟੇਕਿਆ, ਉਸ ਬਾਣੀ ਦਾ ਵੀ ਤਾਬੇਦਾਰ ਰਹਿਣਾ। ਤੋ ਇਹ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਰਨਾ ਸੀ। ਭਾਵ ਇਹ 4-5 ਸਟੈਪ ਜਿਹੜੇ ਬਣਦੇ ਹਨ ਕਿ ਮਸੰਦਾਂ ਤੋਂ ਆਜ਼ਾਦੀ, ਗੁਰੂ ਦੀ ਦੇਹ ਤੋਂ ਆਜ਼ਾਦੀ ਅੰਮ੍ਰਿਤ ਸੰਚਾਰ ਕਰਕੇ, ਤੇ ਫਿਰ ਖਾਲਸੇ ਦੀ ਆਜ਼ਾਦ ਹਸਤੀ ਵਾਲੀ ਮਾਣਮੱਤੀ ਰਹਿਤ ਜਿਹੜੀ ਉਹ ਬਖਸ਼ਣੀ, ਤੇ ਫਿਰ ਅੰਤ ਨੂੰ ਗੁਰੂ ਬਾਣੀ ਤੇ ਗੁਰੂ ਖਾਲਸਾ ਪੰਥ ਨੂੰ ਗੁਰਿਆਈ ਬਖਸ਼ਣੀ। ਤੋ ਇਹ ਚਾਰੋਂ ਕੰਮ ਜਿਹੜੇ ਹਨ ਉਹ ਸਤਿਗੁਰੂ ਜੀ ਦੇ ਉਹ ਇੱਕ ਪ੍ਰੋਸੈਸ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖਦਾ ਹੈ। ਹੁਣ ਜਿਹੜਾ ਕਵੀ ਸੈਨਾਪਤੀ ਹੈ ਉਹਦਾ ਟੋਟਲ ਫੋਕਸ ਇਸ ਪ੍ਰੋਸੈਸ ਦੇ ਉੱਤੇ ਹੈ। ਉਹਨੇ ਭੰਗਾਣੀ ਦੇ ਯੁੱਧ ਤੋਂ ਪਹਿਲਾਂ, ਭਾਵ ਪਾਂਵਟੇ ਦੇ ਨਿਵਾਸ ਤੋਂ ਪਹਿਲੇ, ਉਹਨੇ ਸਤਿਗੁਰੂ ਜੀ ਦੇ ਜੀਵਨ ਬਾਰੇ ਕੋਈ ਗੱਲ ਉਹਨੇ ਬਿਆਨ ਨਹੀਂ ਕੀਤੀ, ਨਾ ਉਹਨਾਂ ਦੇ ਜਨਮ ਦੀ ਕਥਾ, ਬਚਪਨ ਦੀ ਕਥਾ, ਈਵਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਵੀ ਕਥਾ ਉਹ ਡਾਇਰੈਕਟਲੀ ਡਿਸਕ੍ਰਾਈਬ ਨਹੀਂ ਕਰਦਾ, ਕਿਉਂਕਿ ਉਹਦਾ ਫੋਕਸ ਹੀ ਇਸ ਪ੍ਰੋਸੈਸ ਦੇ ਉੱਤੇ। ਕਿਉਂਕਿ ਉਹਦੀਆਂ ਨਜ਼ਰਾਂ ਵਿੱਚ ਸਤਿਗੁਰੂ ਜੀ ਦੀ ਸ਼ੋਭਾ ਜਿਹੜੀ ਹੈ, ਸਤਿਗੁਰੂ ਜੀ ਦੀ ਸ਼ੋਭਾ ਉਹਨਾਂ ਦੀ ਉਸਤਤ ਕਰਨ ਦੇ ਕਾਰਨ ਹੀ ਇਹ ਸਨ ਕਿ ਉਹਨਾਂ ਨੇ ਇਹ ਇੱਕ ਮਹਾਨ ਪ੍ਰੋਸੈਸ ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਉਹਦੀ ਕਲਮੀਨੇਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿੱਤੀ। ਤੋ ਜਦੋਂ ਅਸੀਂ ਇਸ ਨਜ਼ਰੀਏ ਦੇ ਨਾਲ ਇਸ ਪੁਸਤਕ ਨੂੰ ਦੇਖੀਏ ਤਾਂ ਫਿਰ ਇਹ ਵੀ ਗੱਲ ਬਿਲਕੁਲ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ ਕਿ ਇਸ ਪੁਸਤਕ ਦਾ ਨਾਮ ਸ਼੍ਰੀ ਗੁਰਸੋਭਾ ਕਿਉਂ ਰੱਖਿਆ ਗਿਆ। ਉਹ ਆਪ ਲਿਖਦਾ ਹੈ ਜਦੋਂ ਸ਼ੁਰੂ ਦੇ ਚੈਪਟਰ ਦੇ ਵਿੱਚ ਕਿ ਮੈਂ ਬੜੀ ਵਿਚਾਰ ਕਰਕੇ ਇਹ ਨਾਮ ਰੱਖਿਆ ਇਸ ਪੁਸਤਕ ਦਾ, ਕਾਫੀ ਡੂੰਘੀ ਵਿਚਾਰ ਕਰਕੇ ਰੱਖਿਆ, ਉਹ ਇਹ ਗੱਲ ਲਿਖਦਾ ਹੈ। ਫਿਰ ਜਿਹੜੀਆਂ ਗੁਰੂ ਸਾਹਿਬ ਦੀਆਂ ਜੀਵਨ ਦੀਆਂ ਘਟਨਾਵਾਂ ਉਹਨੇ ਲਈਆਂ ਹਨ, ਉਹਨੇ ਉਹ ਲਈਆਂ ਹਨ ਜਿਨ੍ਹਾਂ ਵਿੱਚੋਂ ਗੁਰੂ ਸਾਹਿਬ ਦੇ ਜੀਵਨ ਦਾ ਪੱਖ, ਜਾਂ ਆਪਾਂ ਇਉਂ ਕਹਿ ਲਈਏ ਖਾਲਸੇ ਦੇ ਜੀਵਨ ਦਾ, ਖਾਲਸੇ ਨੂੰ ਜੋ ਆਦਰਸ਼ ਦੇਣਾ ਸੀ, ਜਿਸ ਆਦਰਸ਼ ਦੇ ਮੁਤਾਬਕ ਖਾਲਸੇ ਨੇ ਅੱਗੋਂ
ਆਪਣਾ ਜੀਵਨ ਜਿਉਣਾ ਸੀ, ਉਹ ਆਦਰਸ਼ ਬਖਸ਼ਣ ਲਈ ਕਿਹੜੇ-ਕਿਹੜੀਆਂ ਘਟਨਾਵਾਂ ਦੇ ਵਿੱਚੋਂ ਉਹ ਆਦਰਸ਼ ਉਹਦੀ ਨਜ਼ਰ ਦੇ ਵਿੱਚ ਉਜਾਗਰ ਹੋ ਕੇ ਸਾਹਮਣੇ ਆਉਂਦਾ ਸੀ, ਉਹਨੇ ਉਹੀ ਘਟਨਾਵਾਂ ਲਈਆਂ। ਵੀਰਤਾ ਦਾ, ਆਪਣੇ ਆਪ ਦੀ ਕੁਰਬਾਨੀ ਕਰਨ ਦਾ, ਨਿਰਵੈਰਤਾ ਦਾ, ਭਲਾ ਕਰਨ ਦਾ, ਇਹ ਸਾਰੀਆਂ ਗੱਲਾਂ ਉਹਨੇ ਵੱਖੋ-ਵੱਖ ਪ੍ਰਸੰਗਾਂ ਦੇ ਵਿੱਚ ਸਾਡੇ ਸਾਹਮਣੇ ਰੱਖੀਆਂ। ਅਸੀਂ ਇਹਨਾਂ ਦੇ ਬਾਰੇ ਵਿਚਾਰ ਅੱਗੇ ਕਰ ਚੁੱਕੇ ਹਾਂ। ਹੁਣ ਇਹ ਉਹ ਪੁਸਤਕ ਹੈ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ, ਪਰ ਇਹਦੀ ਇੱਕ ਮਹੱਤਤਾ ਅਸੀਂ ਅਕਸਰ ਅੱਖੋਂ ਓਹਲੇ ਕਰ ਦਿੰਦੇ ਹਾਂ। ਉਹ ਇਹ ਹੈ ਕਿ ਇਹ ਇਤਿਹਾਸ ਦੀ ਇੱਕੋ ਇੱਕ ਐਸੀ ਪੁਸਤਕ ਹੈ, ਮੈਂ ਪੁਸਤਕ ਲਫ਼ਜ਼ ਵਰਤ ਰਿਹਾ ਹਾਂ, ਜਿਹੜੀ ਕਿ ਇੱਕ ਸ਼ਰਧਾਵਾਨ ਸਿੱਖ ਵੱਲੋਂ ਲਿਖੀ ਗਈ ਔਰ ਜਿਹੜੀ ਗੁਰੂ ਸਾਹਿਬ ਦਾ ਜੀਵਨ ਲਿਖਣ ਲੱਗਿਆਂ ਉਹਨਾਂ ਦਾ ਸਮਕਾਲੀ ਸੀ। ਹੁਣ ਇਸ ਕਿਸਮ ਦੀ ਦੂਜੀ ਰਚਨਾ ਜਿਹੜੀ ਇਮੀਡੀਏਟਲੀ ਸਾਡੇ ਮਾਈਂਡ ਦੇ ਵਿੱਚ ਆਉਂਦੀ ਹੈ, ਉਹ ਭਾਈ ਗੁਰਦਾਸ ਜੀ ਦੀ ਹੈ, ਕਿਉਂਕਿ ਉਹ ਵੀ ਤੀਜੇ, ਚੌਥੇ, ਪੰਜਵੇਂ, ਛੇਵੇਂ ਸਤਿਗੁਰਾਂ ਦੇ ਸਮਕਾਲੀ ਸਨ। ਤੇ ਉਹਨਾਂ ਨੇ ਵੀ ਇੱਕ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਉਹਨਾਂ ਦੀਆਂ ਜੀਵਨ ਦੀਆਂ ਵੀ ਕਈ ਘਟਨਾਵਾਂ ਜਿਹੜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਲਿਖੀਆਂ ਹਨ। ਪਰ ਜੇ ਅਸੀਂ ਕਹੀਏ ਕਿ ਕੋਈ ਪੂਰੀ ਪੁਸਤਕ ਉਹਨਾਂ ਨੇ ਰਚੀ ਹੋਵੇ, ਹਾਂ ਵਾਰਾਂ ਤਾਂ ਉਹਨਾਂ ਨੇ ਰਚੀਆਂ ਹਨ, ਉਹਨਾਂ ਦੇ ਵਿੱਚ ਉਹਨਾਂ ਨੇ ਡਿਸਕ੍ਰਾਈਬ ਕੀਤਾ ਹੈ ਉਹਨਾਂ ਦੇ ਜੀਵਨ ਦੇ, ਪਰ ਉੱਥੇ ਜਦੋਂ ਅਸੀਂ ਭਾਈ ਸਾਹਿਬ ਦੀਆਂ ਰਚਨਾਵਾਂ ਨੂੰ ਤੇ ਕਵੀ ਸੈਨਾਪਤ ਦੀਆਂ ਰਚਨਾ ਨੂੰ ਇਸ ਨੂੰ ਸਾਹਮਣੇ ਰੱਖਦੇ ਹਾਂ, ਤੇ ਇੱਕ ਹੋਰ ਬੜੀ ਗੱਲ ਸਾਡੇ ਸਾਹਮਣੇ ਉੱਭਰ ਕੇ ਆਉਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਦੇ ਛੋਟੇ-ਛੋਟੇ ਵੇਰਵੇ ਦੇਣ ਨਾਲੋਂ ਉਹਨਾਂ ਦੇ ਜੀਵਨ ਦੇ ਸਿਧਾਂਤਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ। ਹਾਲਾਂਕਿ ਉਹਨਾਂ ਨੇ ਦਿੱਤੇ ਹਨ, ਮੈਂ ਡਿਨਾਈ ਨਹੀਂ ਕਰ ਰਿਹਾ। ਉਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਦੀ ਡਿਟੇਲ ਵੀ ਲਿਖੀ ਹੈ, ਪਰ ਉਹਨਾਂ ਦਾ ਮੁੱਖ ਜ਼ੋਰ ਜਿਹੜਾ ਸੀ ਉਹਨਾਂ ਦੇ ਗੁਣਾਂ ਨੂੰ ਉਜਾਗਰ ਕਰਨ ਉੱਤੇ, ਸਿਧਾਂਤਾਂ ਨੂੰ ਉਜਾਗਰ ਕਰਨ ਉੱਤੇ, ਉਹਨਾਂ ਦੇ ਕੀਤੇ ਕੌਤਕਾਂ ਨੂੰ ਉਜਾਗਰ ਕਰਨ ਦੇ ਉੱਤੇ ਵੀ ਉਹਦੇ ਚੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਉਹ ਉਹਨਾਂ ਨੇ ਪਹਿਲ ਦਿੱਤੀ, ਬਜਾਏ ਇਸਦੇ ਕਿ ਇੱਕ ਆਮ ਇਤਿਹਾਸਕਾਰ ਵਾਂਗ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਲੈ ਕੇ ਇੱਕ ਜੀਵਨੀ ਦੇ ਰੂਪ ਵਿੱਚ ਜਾਂ ਕੋਈ ਬਿਰਤਾਂਤ ਦੇ ਰੂਪ ਵਿੱਚ, ਬਿਲਾਸ ਦੇ ਰੂਪ ਵਿੱਚ ਉਹ ਲਿਖਦੇ, ਉਹਨਾਂ ਨੇ ਸਿਧਾਂਤਾਂ ਦੇ ਉੱਤੇ ਜ਼ੋਰ ਦਿੱਤਾ। ਬਿਲਕੁਲ ਇਹੀ ਜਿਹੜੀ ਗੱਲ ਸਾਨੂੰ ਕਾਫੀ ਹੱਦ ਤੱਕ ਸੈਨਾਪਤ ਦੀ ਇਸ ਪੁਸਤਕ ਦੇ ਵਿੱਚ ਨਜ਼ਰ ਆਉਂਦੀ ਹੈ। ਤੋ ਮੇਰੀ ਨਜ਼ਰ ਦੇ ਵਿੱਚ ਸੈਨਾਪਤ ਦਾ ਅਗਰ ਅਸੀਂ ਇਸ ਰਚਨਾ ਦਾ ਮੁਕਾਬਲਾ ਕਰਨਾ ਹੋਵੇ ਤਾਂ ਸਿਰਫ ਇੱਕੋ ਹੀ ਸਾਡੇ ਕੋਲ ਆਲਟਰਨੇਟਿਵ ਅਵੇਲੇਬਲ ਹੈ, ਉਹ ਭਾਈ ਗੁਰਦਾਸ ਜੀ ਦਾ ਹੈ। ਹਾਲਾਂਕਿ ਉਹਨਾਂ ਦਾ ਜਿਹੜਾ ਸਟੇਟਸ ਹੈ, ਮੈਂ ਇਹ ਕੰਪੇਅਰ ਨਹੀਂ ਕਰ ਰਿਹਾ ਕਿ ਸੈਨਾਪਤ ਉਹਨਾਂ ਦੇ ਬਰਾਬਰ ਦਾ ਹੈ, ਪਰ ਹਾਂ ਉਸੇ ਕਿਸਮ ਨਾਲ ਇਹਨੇ ਹੀ ਉਹੀ ਅਪਰੋਚ ਰੱਖ ਕੇ, ਸ਼ਾਇਦ ਉਹਨਾਂ ਤੋਂ ਸਿੱਖ ਕੇ ਹੀ, ਉਹਨਾਂ ਦੇ ਵਿਦਿਆਰਥੀ ਵਜੋਂ ਹੀ ਉਹਨੇ ਇਹ ਅਪਰੋਚ ਰੱਖੀ ਕਿ ਇਹਨੇ ਸਿਧਾਂਤਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ। ਤੋ ਹੁਣ ਆਪਾਂ ਇਹ ਸਾਡੇ ਲਈ ਇੱਕ ਸੋਚਣ ਵਾਲੀ ਗੱਲ ਹੈ ਕਿ ਅਜਿਹੀ ਇੱਕ ਪੁਸਤਕ ਦੀ ਜਿਹਦਾ ਦਰਜਾ ਇੰਨਾ ਉੱਚਾ ਹੋਣਾ ਚਾਹੀਦਾ ਸੀ, ਅੱਜ ਉਹ ਸਾਡੇ ਇਤਿਹਾਸਕ ਸਰੋਤਾਂ ਜਾਂ ਸਿਧਾਂਤਕ ਸਰੋਤਾਂ ਦੇ ਵਿੱਚੋਂ ਇੰਨੀ ਇੱਕ ਇਗਨੋਰਡ ਪੁਸਤਕ ਕਿਉਂ ਹੈ? ਇਹ ਸਾਨੂੰ ਆਪਣੀ ਪੀੜ੍ਹੀ ਹੇਠਾਂ ਝਾਤੀ ਮਾਰਨ ਦੀ ਲੋੜ ਹੈ ਵੀ ਐਸਾ ਕਿਉਂ ਹੋ ਰਿਹਾ? ਕਿਉਂ ਅੱਜ ਉਹ ਰਚਨਾਵਾਂ ਜਿਨ੍ਹਾਂ ਦੇ ਉੱਤੇ ਸਾਨੂੰ ਹਜ਼ਾਰਾਂ ਆਬਜੈਕਸ਼ਨਸ ਹਨ ਕਿ ਇਹਨਾਂ ਵਿੱਚ ਸਿਧਾਂਤਕ ਗਲਤੀਆਂ ਹਨ, ਬੜੇ ਇਹੋ ਜਿਹੀਆਂ ਗੱਲਾਂ ਲਿਖੀਆਂ ਜਿਹੜੀਆਂ ਨਾਕਾਬਲੇ ਯਕੀਨ ਹਨ, ਸਿਧਾਂਤਾਂ ਦੇ ਬਿਲਕੁਲ ਉਲਟ ਹਨ, ਗੁਰੂ ਸਾਹਿਬ ਦੇ ਸ਼ਖਸੀਅਤ ਨੂੰ ਨਿਘਾਰ ਕੇ, ਗੰਧਲਾ ਕਰਕੇ ਦਿਖਾਇਆ ਗਿਆ ਹੈ। ਉਹ ਸਾਰੀਆਂ ਪੁਸਤਕਾਂ ਦੀ ਚਰਚਾ ਤਾਂ ਸਾਡੇ ਵਿੱਚ ਖੂਬ ਹੁੰਦੀ ਹੈ। ਉਹਨਾਂ ਦੇ ਗੁਰਦੁਆਰਿਆਂ 'ਚ ਕਥਾ ਵੀ ਹੋ ਜਾਂਦੀ ਹੈ ਤੇ ਉਹਨਾਂ 'ਚ ਕੋਟੇਸ਼ਨਸ ਵੀ ਆ ਜਾਂਦੀਆਂ ਹਨ। ਪਰ ਇਸ ਪੁਸਤਕ ਨੂੰ ਅਸੀਂ ਇੱਕ ਪਾਸੇ ਕਿਉਂ ਕਰ ਰੱਖਿਆ ਹੈ, ਜਦ ਕਿ ਜਿਉਂ-ਜਿਉਂ ਮੈਂ ਨਿੱਜੀ ਤੌਰ ਤੇ ਕਹਿ ਸਕਦਾ, ਜਿਉਂ-ਜਿਉਂ ਮੈਂ ਇਸ ਪੁਸਤਕ ਨੂੰ ਪੜ੍ਹਦਾ ਜਾ ਰਿਹਾ ਹਾਂ, ਤੇ ਮੈਨੂੰ ਇਹ ਮਹਿਸੂਸ ਹੁੰਦਾ ਜਾ ਰਿਹਾ ਹੈ ਕਿ ਸ਼ਾਇਦ ਸਾਨੂੰ ਇਸ ਪੁਸਤਕ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਕੁਝ ਕਰਨਾ ਚਾਹੀਦਾ ਹੈ, ਤਾਂ ਕਿ ਔਰ ਸਾਨੂੰ ਇਹਦੇ ਚੋਂ ਸਿੱਖਣ ਨੂੰ ਵੀ ਬਹੁਤ ਕੁਝ ਹੈ। ਸਿਧਾਂਤਕ ਤੌਰ ਤੇ ਸਾਨੂੰ ਇਹਦੇ ਚੋਂ ਕਾਫੀ ਕੁਝ ਮਿਲਦਾ ਹੈ। ਖੈਰ ਅੱਗੇ ਚੱਲੀਏ। ਕਾਫੀ ਵਿਦਵਾਨਾਂ ਨੇ ਜਿਨ੍ਹਾਂ ਨੇ ਇਸ ਪੁਸਤਕ ਦੇ ਬਾਰੇ ਲਿਖਿਆ ਹੈ, ਜਿਹਦੇ ਵਿੱਚ ਮੈਂ ਕੁਝ ਨਾਮ ਆਪ ਜੀ ਦੇ ਸਾਹਮਣੇ ਲੈ ਰਿਹਾ ਹਾਂ। ਇੱਕ ਤਾਂ ਪ੍ਰੋਫੈਸਰ ਕੁਲਵੰਤ ਸਿੰਘ ਹਨ, ਜਿਨ੍ਹਾਂ ਨੇ ਅੰਗਰੇਜ਼ੀ ਵਿੱਚ ਇਹਨਾਂ ਦੀ ਟ੍ਰਾਂਸਲੇਸ਼ਨ ਕੀਤੀ ਹੈ। ਸ਼ਮਸ਼ੇਰ ਸਿੰਘ ਅਸ਼ੋਕ ਜੀ ਹੋ ਗਏ ਤੇ ਡਾਕਟਰ ਗੰਡਾ ਸਿੰਘ ਹੋ ਗਏ। ਉਸ ਤੋਂ ਬਾਅਦ ਐਸ ਹੰਸ ਸਨ, ਉਹਨਾਂ ਨੇ ਇਹਦੇ ਬਾਰੇ ਲਿਖਿਆ ਹੈ। ਮੈਕਲਿਓਡ ਨੇ ਇਹਦੇ ਬਾਰੇ ਆਪਣੀ ਸਿਕਸ ਆਫ ਦਾ ਖਾਲਸਾ ਵਿੱਚ ਕੁਝ ਪੰਨੇ ਇਹਦੇ ਬਾਰੇ ਲਿਖੇ ਹਨ। JS ਗਰੇਵਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਹਿਸਟਰੀ ਡਿਪਾਰਟਮੈਂਟ ਦੇ ਹਨ, ਉਹਨਾਂ ਨੇ ਵੀ ਲਿਖੇ ਹਨ। ਤੇ ਇੱਕ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਇਹਦੇ ਉੱਤੇ PhD
ਇੱਕ ਅੰਮੀ ਪ੍ਰਫੁੱਲ ਸ਼ਾਹ ਨੇ ਕੀਤੀ ਹੈ। ਉਹਨਾਂ ਨੇ ਇਹਦੇ ਬਾਰੇ ਲਿਖਿਆ ਹੈ ਤੇ ਇਹ ਸਾਰਿਆਂ ਵਿਦਵਾਨਾਂ ਦੇ ਵਿੱਚੋਂ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਇਹ ਇੱਕ ਪਹਿਲੀ ਲਿਖਤ ਹੈ। ਸ੍ਰੀ ਗੁਰਸੋਭਾ ਇੱਕ ਐਸੀ ਪਹਿਲੀ ਲਿਖਤ ਹੈ ਜਿਹਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਜਿਹੜਾ ਹੈ, ਉਹਨੇ ਬਿਲਕੁਲ ਸਪਸ਼ਟਤਾ ਦੇ ਨਾਲ ਸਾਡੇ ਸਾਹਮਣੇ ਰੱਖਿਆ, ਕਿਉਂਕਿ ਇਹਨਾਂ ਨੇ ਫੋਕਸ ਹੀ ਆਪਣਾ ਉਹਨਾਂ ਚੀਜ਼ਾਂ ਤੇ ਰੱਖਿਆ। ਔਰ ਸਾਰੇ ਜਿਹੜੇ ਲੇਖਕ ਹਨ ਇਹ ਵੀ ਪ੍ਰਵਾਨ ਕਰਦੇ ਹਨ ਕਿ ਖਾਲਸੇ ਦੀ ਰਹਿਤ ਨੂੰ ਸਭ ਤੋਂ ਪਹਿਲਾਂ ਲਿਖਤੀ ਰੂਪ ਵਿੱਚ ਲਿਆਉਣ ਵਾਲੀ ਪੁਸਤਕ ਵੀ ਇਹੀ ਹੈ। ਔਰ ਇਹਦੇ ਉੱਤੇ ਬਹੁਤ ਕੁਝ ਲਿਖਣ ਦਾ ਢੰਗ ਉਹਨਾਂ ਦਾ ਆਪਣਾ ਨਵੇਕਲਾ ਹੈ, ਸਾਡੇ ਅੱਜ ਦੇ ਢੰਗ ਨਾਲ ਨਹੀਂ ਮਿਲਦਾ। ਔਰ ਸਾਨੂੰ ਕਈ ਵਾਰੀ ਗੱਲ ਨੂੰ ਸਮਝਣ ਲਈ ਮਿਹਨਤ ਵੀ ਕਰਨੀ ਪੈਂਦੀ ਹੈ, ਪਰ ਜੋ ਕੁਝ ਉਹ ਲਿਖ ਗਏ ਹਨ ਉਹ ਬੜਾ ਅਮੋਲਕ ਹੈ। ਤੋ ਆਮ ਤੌਰ ਤੇ ਇਹਨੂੰ ਅਸੀਂ ਇੱਕ ਇਤਿਹਾਸਕ ਪੁਸਤਕ ਦੇ ਤੌਰ ਦੇ ਉੱਤੇ ਹੀ ਸਮਝ ਲੈਂਦੇ ਹਾਂ, ਪਰ ਇਸ ਦੀ ਜਿਹੜੀ ਅਸਲ ਮਹੱਤਤਾ ਹੈ ਉਹ ਖਾਲਸੇ ਦੇ ਸਿਧਾਂਤਕ ਪੱਖ ਦੀ ਵਿਆਖਿਆ ਹੈ। ਉਹ ਉਧਰ ਸਾਨੂੰ ਧਿਆਨ ਹੋਰ ਜ਼ਿਆਦਾ ਦੇਣਾ ਚਾਹੀਦਾ ਹੈ। ਤੋ ਆਪਾਂ ਗੱਲ ਸ਼ੁਰੂ ਕਰ ਰਹੇ ਹਾਂ ਖਾਲਸੇ ਦੀ ਸਿਰਜਣਾ, ਜਿਹੜੀ ਕਿ ਸੈਨਾਪਤ ਜੀ ਨੇ ਡਿਸਕ੍ਰਾਈਬ ਕੀਤੀ ਹੈ 3 ਚੈਪਟਰਸ ਦੇ ਵਿੱਚ। ਉਹਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਮੈਂ ਇਹਨੂੰ ਪੜ੍ਹ ਰਿਹਾ ਸੀ ਤਾਂ ਜਿਸ ਢੰਗ ਦੇ ਨਾਲ ਸੈਨਾਪਤ ਜੀ ਨੇ ਇਹਨੂੰ ਡਿਸਕ੍ਰਾਈਬ ਕੀਤਾ ਹੈ, ਤੇ ਮੈਨੂੰ ਇੱਕ ਗੱਲ ਯਾਦ ਆ ਗਈ ਸਰਦਾਰ ਕਪੂਰ ਸਿੰਘ ਜੀ ਦੀ। ਉਹਨਾਂ ਦੀ ਇੱਕ ਪੁਸਤਕ ਹੈ ਪਰਾਸ਼ਰ ਪ੍ਰਸ਼ਨ, ਜਿਹੜੀ ਕਿ ਬੜੀ ਫਿਲੋਸੋਫੀਕਲ ਟਾਈਪ ਦੀ ਪੁਸਤਕ ਹੈ ਔਰ ਬੜੀ ਡੂੰਘਾਈ ਵਿੱਚ ਜਾ ਕੇ ਉਹਨਾਂ ਨੇ ਕਾਫੀ ਗੱਲਾਂ ਲਿਖੀਆਂ ਹਨ। ਔਰ ਉਹਦਾ ਜਦੋਂ ਉਹ ਸ਼ੁਰੂ ਕਰਦੇ ਹਨ ਪਹਿਲਾ ਚੈਪਟਰ, ਜਿਹਦਾ ਨਾਮ ਹੈ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਉਹਦੀ ਪਹਿਲੀ ਲਾਈਨ ਇਹ ਹੈ ਕਿ 1699 ਦੀ ਵਿਸਾਖੀ ਨੂੰ ਜਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਾਟਕੀ ਕੁਸ਼ਲਤਾ ਦਾ ਸਬੂਤ ਦਿੱਤਾ, ਉਸ ਬਾਰੇ ਤਾਂ ਸਾਰੇ ਜਾਣਦੇ। ਇੱਥੇ ਉਹ ਇਸ਼ਾਰਾ ਕਰ ਰਹੇ ਹਨ ਜਿਹੜੀ ਸੀਸ ਭੇਟ ਦਾ ਵਰਤਾਰਾ ਅਸੀਂ ਪ੍ਰਵਾਨ ਕਰਦੇ ਹਾਂ, ਸੁਣਾਉਂਦੇ ਹਾਂ, ਬੱਚਿਆਂ ਨੂੰ ਵੀ ਸੁਣਾਉਂਦੇ ਹਾਂ ਤੇ ਗੁਰਦੁਆਰਿਆਂ 'ਚ ਵੀ ਸੁਣਾਉਂਦੇ ਹਾਂ ਕਿ ਸਤਿਗੁਰੂ ਜੀ ਨੇ 5 ਸੀਸ ਮੰਗੇ। ਉਸ ਘਟਨਾ ਦਾ ਉਹ ਜ਼ਿਕਰ ਕਰ ਰਹੇ ਹਨ ਕਿ ਉਹਨਾਂ ਨੇ ਆਪਣੀ ਨਾਟਕੀ ਕੁਸ਼ਲਤਾ ਦਾ ਵੀ ਇੱਕ ਡਰਾਮੈਟਿਕ ਢੰਗ ਨਾਲ ਜਿਹੜੀ ਗੱਲ ਨੂੰ ਪੇਸ਼ ਕਰਨ ਦਾ ਉਹਨਾਂ ਨੇ ਸਬੂਤ ਦਿੱਤਾ। ਉਹ ਅਸੀਂ ਸਾਰੇ ਜਾਣਦੇ ਹਾਂ, ਉਸ ਘਟਨਾ ਦੇ ਬਾਰੇ ਸਾਨੂੰ ਸਭ ਨੂੰ ਪਤਾ ਹੈ। ਪਰ ਅੱਗੇ ਉਹ ਲਿਖਦੇ ਹਨ ਕਿ ਜਿਹੜੇ ਇਨਕਲਾਬੀ ਖਿਆਲਾਂ ਨੇ ਇਸ ਨੂੰ ਪ੍ਰੇਰਨਾ ਦਿੱਤੀ, ਇਸ ਘਟਨਾ ਦੀ ਪ੍ਰੇਰਨਾ ਸਨ, ਉਹਦੇ ਬਾਰੇ ਬਹੁਤਿਆਂ ਨੂੰ ਨਹੀਂ ਪਤਾ। ਹੁਣ ਇਹ ਇੱਕ ਬੜੀ ਮੇਰੇ ਵਾਸਤੇ ਬੜੀ ਭਾਵਪੂਰਤ ਲਾਈਨ ਹੈ। ਜਦੋਂ ਮੈਂ ਪੜ੍ਹਿਆ ਸੀ ਉਦੋਂ ਵੀ ਮੇਰੇ ਦਿਮਾਗ ਵਿੱਚ ਟਿਕ ਗਈ ਸੀ, ਤੇ ਜਦੋਂ ਮੈਂ ਸੈਨਾਪਤੀ ਜੀ ਦਾ ਬਿਰਤਾਂਤ ਪੜ੍ਹ ਰਿਹਾ ਸੀ ਮੈਨੂੰ ਉਦੋਂ ਵੀ ਇਹੀ ਗੱਲ ਯਾਦ ਆ ਗਈ ਸੀ ਕਿ ਹੁੰਦਾ ਤਾਂ ਇਹੀ ਹੈ ਕਿ ਜਦੋਂ ਕਿਸੇ ਗੱਲ ਨੂੰ ਅਸੀਂ ਨਾਟਕੀ ਢੰਗ ਦੇ ਨਾਲ ਬਿਆਨ ਕਰ ਦਿੰਦੇ ਹਾਂ ਤਾਂ ਉਹਦੀ ਜਿਹੜੇ ਨਾਟਕੀਪੁਣਾ ਹੈ, ਜਿਹੜੀ ਉਹਦੀ ਨਾਟਕੀ ਅੰਸ਼ ਹੈ, ਜਾਂ ਕਹਿ ਲਈਏ ਉਹਦਾ ਜਿਹੜਾ ਰੋਮਾਂਚ ਹੈ ਉਸ ਘਟਨਾ ਦਾ, ਉਹ ਸਾਡੇ ਸਾਹਮਣੇ ਇੱਕਦਮ ਉੱਭਰ ਕੇ ਸਾਹਮਣੇ ਆ ਜਾਂਦਾ ਹੈ। ਤੇ ਕਈ ਵਾਰੀ ਇੰਨਾ ਉੱਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਉਹਦੇ ਵਿੱਚ ਛਿਪੇ ਹੋਏ ਜਿਹੜੇ ਵਿਚਾਰ ਸਨ, ਜਿਨ੍ਹਾਂ ਨੂੰ ਪ੍ਰਗਟ ਕਰਨ ਲਈ ਉਹ ਢੰਗ ਵਰਤਿਆ ਗਿਆ ਸੀ, ਜਾਂ ਜਿਹੜੇ ਸਿਧਾਂਤ ਉਹਦੇ ਵਿੱਚ ਛੁਪੇ ਹੋਏ ਸਨ, ਉਹ ਉਹਨਾਂ ਦੇ ਉੱਤੇ ਨਾਟਕੀਅਤਾ ਜਿਹੜੀ ਹੈ ਉਹ ਪਰਦਾ ਪਾ ਦਿੰਦੀ ਹੈ। ਉਹ ਸਾਨੂੰ ਸਿਰਫ ਨਾਟਕੀ ਜਿਹੜਾ ਪੱਖ ਹੈ ਉਹ ਯਾਦ ਰਹਿ ਜਾਂਦਾ ਹੈ, ਉਹਦੀ ਰੌਚਕ ਬਿਰਤਾਂਤ ਯਾਦ ਰਹਿ ਜਾਂਦਾ ਹੈ, ਪਰ ਇਹ ਯਾਦ ਨਹੀਂ ਰਹਿੰਦਾ ਕਿ ਕਰਨ ਵਾਲੇ ਨੇ ਇਹ ਕੰਮ ਕੀਤਾ ਕਿਉਂ, ਉਹ ਕੀ ਕਰਨਾ ਚਾਹੁੰਦਾ ਸੀ। ਉਹ ਸਾਨੂੰ ਸਮਝਾਉਣ ਉੱਤੇ ਫਿਰ ਵਿਸ਼ੇਸ਼ ਜ਼ੋਰ ਲਗਾਉਣਾ ਪੈਂਦਾ ਹੈ। ਕਦੀ ਅਸੀਂ ਕਾਮਯਾਬ ਹੋ ਜਾਂਦੇ ਹਾਂ ਤੇ ਕਦੀ ਨਹੀਂ ਕਾਮਯਾਬ ਹੋ ਜਾਂਦੇ, ਤੇ ਕਈ ਵਾਰੀ ਅਸੀਂ ਆਪ ਵੀ ਭੁੱਲ ਜਾਂਦੇ ਹਾਂ। ਤਾਂ ਰੌਚਕਤਾ ਜਿਹੜੀ ਹੈ ਇਹ ਸਾਡਾ ਧਿਆਨ ਖਿੱਚਣ ਲਈ ਤਾਂ ਬੜੀ ਵਧੀਆ ਹੈ, ਪਰ ਅਕਸਰ ਇਹ ਸਾਨੂੰ ਸਿਧਾਂਤਕ ਪੱਖ ਤੋਂ ਦੂਰ ਵੀ ਲੈ ਜਾਂਦੀ ਹੈ, ਭੁਲਾ ਦਿੰਦੀ ਹੈ, ਕਿਉਂਕਿ ਇਹ ਓਵਰ ਪਾਵਰ ਕਰ ਲੈਂਦੀ। ਤਾਂ ਹੁਣ ਜਦੋਂ ਕਵੀ ਸੈਨਾਪਤ ਜੀ ਨੇ ਇਸ ਬਿਰਤਾਂਤ ਨੂੰ ਡਿਸਕ੍ਰਾਈਬ ਕਰਨਾ ਸ਼ੁਰੂ ਕੀਤਾ, ਖਾਲਸੇ ਨੂੰ ਪ੍ਰਗਟ ਹੋਣ ਦਾ, ਉਹਨਾਂ ਨੇ ਇਸ ਦਾ ਬਿਲਕੁਲ ਕੋਈ ਜ਼ਿਕਰ ਤੱਕ ਨਹੀਂ ਕੀਤਾ। ਇਹ ਗੱਲ ਆਪਾਂ ਅੱਗੇ ਕਰ ਚੁੱਕੇ ਹਾਂ ਕਿ ਉਹਨਾਂ ਨੇ ਇਹਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। ਇੱਥੋਂ ਤੱਕ ਕਿ ਉਹਨਾਂ ਨੇ ਪਹਿਲੇ ਚੁਣੇ ਗਏ 5 ਪਿਆਰਿਆਂ ਦੇ ਨਾਮ ਵੀ ਆਪਣੀ ਰਚਨਾ ਦੇ ਵਿੱਚ ਨਹੀਂ ਦਿੱਤੇ। ਉਹਨਾਂ ਨੂੰ ਸ਼ਾਇਦ ਲੋੜ ਨਹੀਂ ਲੱਗੀ ਕਿ ਕੌਣ ਸਨ। ਉਹ ਤਾਂ ਬਾਰ-ਬਾਰ ਇਹ ਕਹਿ ਰਹੇ ਸਨ ਕਿ 5 ਦੇ ਕੋਲੋਂ ਸਤਿਗੁਰੂ ਨੇ ਆਹੂ ਲਈ ਖੰਡੇ ਦੀ, ਤੇ ਫਿਰ ਉਸ ਤੋਂ ਬਾਅਦ ਬੜੀ ਬੇਅੰਤ ਸੰਗਤ ਨੇ ਅੰਮ੍ਰਿਤਧਾਰੀ ਹੋ ਗਈ, ਤੇ ਹਰ ਉਸ ਸੰਗਤ ਨੂੰ 5 ਸਿੰਘਾਂ ਨੇ ਮਿਲ ਕੇ ਇਸ ਦਾਤ ਦੀ ਬਖਸ਼ਿਸ਼ ਕੀਤੀ। ਤਾਂ ਸ਼ਾਇਦ, ਹੁਣ ਮੈਂ ਸਿਰਫ ਸ਼ਾਇਦ ਹੀ ਕਹਿ ਸਕਦਾ ਹਾਂ, ਇਹ ਤਾਂ ਉਹ ਆਪ ਹੀ ਜਾਣਦੇ ਹਨ ਕਿ ਉਹਨਾਂ ਨੇ ਐਸਾ ਕਿਉਂ ਕੀਤਾ। ਸ਼ਾਇਦ ਉਹਨਾਂ ਦੀ ਨਜ਼ਰ ਦੇ ਵਿੱਚ ਇੱਕ 5 ਪਿਆਰਿਆਂ ਦੇ ਨਾਮ ਦੇਣੇ ਉਹਨਾਂ ਨੂੰ
ਸ਼ਾਇਦ ਲੋੜ ਨਾ ਲੱਗੀ ਹੋਵੇ, ਕਿਉਂਕਿ ਉਦੋਂ ਤਾਂ ਬਹੁਤ ਸਾਰੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਦੇ ਲਈ ਗੁਰੂ ਸਾਹਿਬ ਨੇ ਤਿਆਰ ਕਰ ਦਿੱਤੇ ਸਨ। ਤੋ ਇਸ ਤਰੀਕੇ ਦੇ ਨਾਲ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇਗਾ ਕਿ ਇੱਕ ਪੰਜ ਪਿਆਰਿਆਂ ਨੂੰ ਬਹੁਤੀ ਮਹਾਨਤਾ ਦੇਣੀ, ਜਿਹੜੇ ਗੁਰੂ ਜੀ ਨੇ ਚੁਣੇ ਸਨ, ਸ਼ਾਇਦ ਇਸ ਕਰਕੇ ਉਹਨਾਂ ਨੇ ਕੀਤੇ। ਜਾਂ ਅਸੀਂ ਇਹਨੂੰ ਇਉਂ ਮੰਨ ਲਈਏ ਕਿ ਉਹਨਾਂ ਦੀ ਇਤਿਹਾਸਕ ਭੁੱਲ ਹੈ ਕਿ ਉਹਨਾਂ ਨੂੰ ਨਾਮ ਨਹੀਂ ਸੀ ਦੇਣੇ ਚਾਹੀਦੇ। ਆਪ ਆਪਣਾ ਵਿਊ ਇਹਦੇ ਬਾਰੇ ਬਣਾ ਸਕਦੇ ਹੋ, ਪਰ ਫੈਕਟ ਇਹੀ ਹੈ ਕਿ ਉਹਨਾਂ ਨੇ ਨਾ ਤਾਂ ਉਹ ਨਾਟਕੀ ਬਿਰਤਾਂਤ ਦਿੱਤਾ ਹੈ, ਤੇ ਇੱਥੋਂ ਤੱਕ ਕਿ ਉਹਨਾਂ ਨੇ ਨਾ ਪਹਿਲੇ ਚੁਣੇ ਗਏ ਪੰਜ ਪਿਆਰਿਆਂ ਦੇ ਨਾਮ ਵੀ ਦਿੱਤੇ। ਤਾਂ ਫਿਰ ਉਹ ਕਿਸ ਤਰ੍ਹਾਂ ਦੱਸਦੇ ਹਨ ਕਿ ਇਹ ਜੋ ਸਤਿਗੁਰੂ ਜੀ ਨੇ ਕੌਤਕ ਵਰਤਾਇਆ, ਉਹ ਕੇਵਲ ਦੋ ਪੰਕਤੀਆਂ ਦੇ ਵਿੱਚ ਇਸ ਚੀਜ਼ ਨੂੰ ਡਿਸਕ੍ਰਾਈਬ ਕਰਕੇ ਅੱਗੇ ਤੁਰ ਪੈਂਦੇ ਹਨ। ਉਹ ਲਿਖਦੇ ਹਨ, ਗੋਬਿੰਦ ਸਿੰਘ ਕਰੀ ਖੁਸ਼ੀ ਸੰਗਤ ਕਰੀ ਨਿਹਾਲ, ਕੀਓ ਪ੍ਰਗਟ ਤਬ ਖਾਲਸਾ ਚੁੱਕਿਓ ਸਰਬ ਜੰਜਾਲ। ਬਸ ਇਹ ਦੋ ਲਾਈਨਾਂ ਦੇ ਵਿੱਚ ਉਹਨਾਂ ਨੇ ਖਾਲਸੇ ਨੂੰ ਪ੍ਰਗਟ ਕਰਨ ਦਾ ਜਿਹੜਾ ਸਤਿਗੁਰੂ ਜੀ ਦਾ ਕੌਤਕ ਸੀ ਉਹਨੂੰ ਡਿਸਕ੍ਰਾਈਬ ਕਰ ਦਿੱਤਾ। ਇਸ ਦਾ ਹੋਰ ਉਹਨੇ ਕਿਤੇ ਵੀ ਪੂਰੀ ਪੁਸਤਕ ਦੇ ਵਿੱਚ ਜਾਂ ਇੱਥੇ ਕਿਤੇ ਵੀ ਕੋਈ ਇਸ ਤੋਂ ਜ਼ਿਆਦਾ ਵਿਸਥਾਰ ਨਹੀਂ। ਔਰ ਅੱਗੇ ਕੀ ਲਿਖਦਾ ਹੈ ਕਿ ਜਦੋਂ ਅਸੀਂ ਆਮ ਤੌਰ ਦੇ ਉੱਤੇ ਇਹ ਪੱਖ ਨੂੰ ਡਿਸਕ੍ਰਾਈਬ ਕਰਨਾ ਸ਼ਾਇਦ ਸਾਡੇ ਪ੍ਰਚਾਰਕ ਵੀ ਚੰਗਾ ਨਹੀਂ ਸਮਝਦੇ, ਪਰ ਇਹਨੇ ਬੜੀ ਸਪਸ਼ਟਤਾ ਦੇ ਨਾਲ ਗੱਲ ਸਾਹਮਣੇ ਲਿਆਂਦੀ ਹੈ ਕਿ ਸਭ ਸਮੂਹ ਸੰਗਤ ਮਿਲੀ ਸ਼ੁਭ ਸਤਲੁਜ ਕੇ ਤੀਰ, ਤੀਰ ਦਾ ਮਤਲਬ ਕਿਨਾਰਾ, ਸਤਲੁਜ ਦੀ ਸ਼ੁਭ ਨਦੀ ਦੇ ਕਿਨਾਰੇ ਦੇ ਉੱਤੇ ਸਾਰੀ ਸੰਗਤ ਆ ਕੇ ਮਿਲੀ। ਕੇਤਕ ਸੁਨ ਭਏ ਖਾਲਸਾ, ਗੁਰੂ ਜੀ ਦਾ ਹੁਕਮ ਸੁਣ ਕੇ ਕੇਤਕ ਭਾਵ ਅਨੇਕਾਂ ਜਿਹੜੇ ਨੇ ਉਹਨਾਂ ਨੇ ਖਾਲਸਾ ਧਰਮ ਨੂੰ ਅਖਤਿਆਰ ਕਰ ਲਿਆ, ਖਾਲਸੇ ਬਣ ਗਏ। ਤੇ ਕੇਤਕ ਭਏ ਅਧੀਰ, ਤੇ ਬੜੇ ਸਾਰੇ ਬੇਚੈਨ ਵੀ ਹੋ ਗਏ। ਹੁਣ ਇਹਦਾ ਕੀ ਅਰਥ ਹੈ ਕਿ ਕਾਫੀ ਸਾਰੇ ਇਹੋ ਜਿਹੇ ਵੀ ਸਨ ਉਸ ਗੈਦਰਿੰਗ ਦੇ ਵਿੱਚ ਜਿਹੜੀ ਸਤਿਗੁਰੂ ਜੀ ਦੇ ਹੁਕਮ ਨਾਲ ਇਕੱਠੀ ਹੋਈ ਸੀ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਹੜੇ ਖਾਲਸੇ ਨੂੰ ਨਹੀਂ ਬਣੇ, ਜਾਂ ਇਹੋ ਕਹੀਏ ਕਿ ਖਾਲਸਾ ਧਰਮ ਅਖਤਿਆਰ ਨਹੀਂ ਕੀਤਾ। ਤੋ ਇਹ ਵਰਤਾਰਾ ਜਿਹੜਾ ਹੈ ਇਹ ਸ਼ੁਰੂ ਤੋਂ ਹੀ ਵਰਤਦਾ ਆ ਰਿਹਾ, ਜੇ ਅਸੀਂ ਸੈਨਾਪਤ ਦੀ ਗੱਲ ਨੂੰ ਮੰਨੀਏ। ਹਾਲਾਂਕਿ ਅਸੀਂ ਇਸ ਨੂੰ ਬੜਾ ਡਾਊਨ ਪਲੇ ਕਰਦੇ ਹਾਂ, ਸਿਰਫ ਪੋਜ਼ਿਟਿਵ ਪੱਖ ਨੂੰ ਹੀ ਉੱਤੇ ਰੱਖਦੇ ਹਾਂ, ਪਰ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖਾਲਸਾ ਸਾਜਨਾ ਇੱਕ ਇਹੋ ਜਿਹਾ ਕਰੜੀ ਪ੍ਰੀਖਿਆ ਵਾਲਾ ਕੰਮ ਸੀ। ਖਾਲਸਾ ਜੀਵਨ ਨੂੰ ਅਖਤਿਆਰ ਕਰਨਾ, ਖਾਸ ਕਰਕੇ ਉਦੋਂ ਦੇ ਹਾਲਾਤ ਵਿੱਚ, ਇਟ ਵਾਜ਼ ਅ ਟਫ ਜੌਬ, ਔਰ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਉਤਪੰਨ ਹੋ ਜਾਣੇ। ਇਹ ਸ਼ਾਇਦ ਕੁਦਰਤੀ ਗੱਲ ਸੀ, ਤੇ ਕਈਆਂ ਨੇ ਉਸ ਵੇਲੇ ਵੀ ਖਾਲਸਾ ਧਰਮ ਨੂੰ ਅਖਤਿਆਰ ਨਹੀਂ ਕੀਤਾ। ਤੇ ਫਿਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਦਾ ਸਤਿਗੁਰੂ ਜੀ ਨੇ ਜਦੋਂ ਖਾਲਸਾ ਸਾਜਨਾ ਕਰਨੀ ਸੀ, ਤਾਂ ਮਸੰਦਾਂ ਤੋਂ ਮੁਕਤੀ ਕਰਾਉਣਾ ਇੱਕ ਮੁੱਖ ਮੰਤਵ ਸੀ ਉਹਨਾਂ ਦਾ, ਵੀ ਇਹ ਜ਼ਰੂਰੀ ਹੈ ਕਰਾਉਣਾ। ਇਹਦੇ ਬਾਰੇ ਸੈਨਾਪਤੀ ਜੀ ਬਾਰ-ਬਾਰ ਸਾਨੂੰ ਲਿਖਦੇ ਹਨ। ਮੈਂ ਸਾਰੇ ਤਾਂ ਨਹੀਂ ਇਕੱਠੇ ਕਰਕੇ ਸੁਣਾ ਸਕਦਾ ਸੀ, ਕਿਉਂਕਿ ਸਮਾਂ ਬਹੁਤ ਲੱਗਣਾ ਸੀ। ਮੈਂ ਕੁਝ ਕੁ ਉਦਾਹਰਨਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਜਿਹਦੇ ਤੋਂ ਸਾਨੂੰ ਇਹ ਗੱਲ ਐਪਰੀਸ਼ੀਏਟ ਅਸੀਂ ਕਰ ਸਕੀਏ ਕਿ ਇਹ ਕਿੰਨੀ ਇੰਪੋਰਟੈਂਟ ਉਸ ਕਵੀ ਦੀ ਨਜ਼ਰ ਵਿੱਚ ਸੀ, ਜਿਹੜਾ ਸਮਕਾਲੀ ਸੀ, ਜਿਹੜਾ ਸ਼ਾਇਦ ਉਸ ਵੇਲੇ ਵੀ ਹਾਜ਼ਰ ਸੀ, ਔਰ ਜਿਹਨੇ ਉਸ ਵੇਲੇ ਸਤਿਗੁਰੂ ਜੀ ਦੇ ਬਚਨ ਵੀ ਸੁਣੇ ਹੋਣ। ਮੈਂ ਉਹ 5-7 ਉਹਦੀਆਂ ਕੋਟੇਸ਼ਨਸ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ, ਜਿਸ ਤੋਂ ਤੁਸੀਂ ਆਪ ਅੰਦਾਜ਼ਾ ਲਗਾਉਣਾ ਕਿ ਜੇ ਵਾਕਈ ਇਹ ਉਪਦੇਸ਼ ਮਿਲਿਆ ਸੀ ਉਸ ਵੇਲੇ, ਤੇ ਇਹਦੀ ਕਿੰਨੀ ਮਹਾਨਤਾ ਹੈ, ਔਰ ਅਸੀਂ ਇਹਨੂੰ ਕਿੰਨੀ ਅਟੈਂਸ਼ਨ ਦੇ ਰਹੇ ਹਾਂ। ਪਹਿਲਾਂ ਉਹ ਲਿਖਦਾ ਹੈ ਕਿ ਤਜ ਮਸੰਦ ਪ੍ਰਭ ਏਕ ਜਪ, ਯਹ ਵਿਵੇਕ ਤਹਾਂ ਕੀਨ, ਸਤਿਗੁਰ ਸੋ ਸੇਵਕ ਮਿਲੇ ਨੀਰ ਮਧ ਜਿਉਣੀ। ਵੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਫਿਰ ਸਤਿਗੁਰੂ ਦੇ ਨਾਲ ਸੇਵਕ ਨੇ ਇਸ ਤਰ੍ਹਾਂ ਮਿਲਣਾ, ਵਿਚਕਾਰੋਂ ਜਿਹੜਾ ਮਸੰਦ ਹੈ ਇਹ ਉਹਨੂੰ ਕੱਢ ਦਿਓ, ਇਹ ਵਿਵੇਕ ਬੁੱਧੀ ਆਪਣੀ ਪ੍ਰਕਾਸ਼ਿਤ ਕਰ ਲਓ। ਜਗਤ ਉਦਾਹਰਣ ਕਾਰਨੇ ਸਤਿਗੁਰ ਕੀਓ ਵਿਚਾਰ, ਕਰ ਮਸੰਦ ਦੂਰ ਸਭ ਨਿਰਮਲ ਕਰ ਸੰਸਾਰ। ਇੱਥੇ ਵੀ ਉਹੀ ਗੱਲ ਕਹਿ ਰਹੇ ਹਨ। ਫਿਰ ਅੱਗੋਂ ਕਹਿ ਰਹੇ ਹਨ, ਮੰਨਤ ਗੋਲਕ ਅਰ ਦਸਵੰਧ, ਘਰ ਮੈਂ ਰੱਖੋ ਤਜੋ ਮਸੰਦ। ਹੁਣ ਅਸੀਂ ਮੰਨਤ ਦਾ ਅਰਥ ਨੈਗੇਟਿਵ ਸੈਂਸ ਦੇ ਵਿੱਚ ਅਕਸਰ ਲੈ ਜਾਂਦੇ ਹਾਂ, ਪਰ ਮੰਨਤ ਦਾ ਜੇ ਹੋਈਏ ਵੀ ਜਿਹੜੀ ਆਪਣੇ ਮਨ ਦੇ ਵਿੱਚ ਸੋਚੀ ਹੋਈ ਹੋਵੇ ਕਿ ਮੈਂ ਗੁਰੂ ਨੂੰ ਭੇਟਾ ਦੇਣੀ ਹੈ, ਅਸੀਂ ਤਾਂ ਉਹ ਸੌਦੇਬਾਜ਼ੀ ਨਾਲ ਜੋੜ ਕੇ ਇਹਦੀ ਨਿਖੇਧੀ ਕਰ ਦਿੰਦੇ ਹਾਂ। ਪਰ ਇਹਦਾ ਇੱਕ ਦੂਜਾ ਪੱਖ ਵੀ ਹੈ ਕਿ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਸੋਚ ਲੈਂਦੇ ਹਾਂ ਕਿ ਮੈਂ ਸਤਿਗੁਰੂ ਜੀ ਅੱਗੇ ਇਹ ਭੇਟਾ ਪੇਸ਼ ਕਰਨੀ ਹੈ, ਇੱਕ ਤਾਂ ਉਹ ਹੋ ਗਈ, ਤੇ ਗੋਲਕ ਹੋ ਗਈ ਜਿਹੜੀ ਦਰਸ਼ਨ ਭੇਟ ਜਾਂ ਇੱਕ ਸਾਂਝਾ ਫੰਡ ਹੈ ਜਿੱਥੇ ਇਕੱਠਾ ਹੁੰਦਾ ਹੈ, ਤੇ ਦਸਵੰਧ ਜਿਹੜਾ ਅਸੀਂ ਆਪਣੀ ਇਨਕਮ ਦੇ ਵਿੱਚੋਂ ਦਸਵਾਂ ਹਿੱਸਾ ਦਿੰਦੇ ਹਾਂ। ਮੰਨਤ ਗੋਲਕ ਅਰ ਦਸਵੰਧ, ਘਰ ਮੈਂ ਰੱਖੋ ਤਜੋ ਮਸੰਦ। ਇਹ ਮਸੰਦਾਂ ਨੂੰ ਨਹੀਂ ਦੇਣੀ, ਘਰ ਵਿੱਚ ਰੱਖੋ। ਤੇ ਫਿਰ ਉਸ ਤੋਂ ਬਾਅਦ ਜਦੋਂ ਗੁਰੂ ਕੋਲ ਜਾਓ ਜਾਂ ਗੁਰੂ ਦਰਬਾਰ ਵਿੱਚ ਜਾਓ,
ਜਾਂ ਯੋਗ ਥਾਂ ਦੇਖੋ, ਉੱਥੇ ਤੁਸੀਂ ਖਰਚ ਲਓ। ਅੱਗੇ ਲਿਖਦੇ ਹਨ, ਕਰਨਹਾਰ ਕਰਤਾਰ ਹੁਕਮ ਕਰਤੇ ਕੀਆ, ਕਰ ਮਸੰਦ ਸਭ ਦੂਰ ਖਾਲਸਾ ਕਰ ਲਿਆ। ਹੁਣ ਇਹ ਬੜੀ ਇੰਪੋਰਟੈਂਟ ਪੰਕਤੀ ਹੈ। ਮਾਨੇ ਸੇ परवान सफल तिनका जिया, उन तोरी जग की फास नाम अमृत पिया जी, ਜੋ ਤੂੰ ਕਰੈ ਸੋ ਹੋਏ, ਕੀਆ ਸੋਈ ਥੀਆ। ਹੁਣ ਇੱਥੇ ਗੱਲ ਕਰਦੇ ਉਹ ਸਤਿਗੁਰੂ ਜੀ ਦੇ ਉੱਤੇ ਕਿੰਨੇ ਪ੍ਰੇਮ ਦੇ ਨਾਲ ਭਰੋਸਾ ਵੀ ਆਪਣਾ ਜਤਾ ਰਹੇ ਹਨ। ਤੇ ਉਹ ਲਿਖਦੇ ਹਨ ਕਿ ਕਰ ਮਸੰਦ ਸਭ ਦੂਰ ਖਾਲਸਾ ਕਰ ਲਈ ਹੈ। ਹੁਣ ਖਾਲਸਾ ਸ਼ਬਦ ਦਾ ਸੰਬੰਧ ਉਹ ਮਸੰਦਾਂ ਨੂੰ ਦੂਰ ਕਰਨ ਦੇ ਨਾਲ ਜੋੜ ਰਹੇ। ਫਿਰ ਅੱਗੇ ਲਿਖਦੇ ਹਨ, ਸਤਿਗੁਰ ਕੋ ਉਪਦੇਸ਼ ਸੁਨ ਹਿਰਦੇ ਪ੍ਰਤੀਤ ਕਰ ਲਿਓ, ਭੇਟ ਕਾਰ ਗੁਰਦੇਵ ਕੀ ਅਵਰ ਹੱਥ ਨਹੀਂ ਦਿਓ। ਕਿਸੇ ਹੋਰ ਦੇ ਹੱਥ 'ਚ ਨਹੀਂ ਦੇਣੀ। ਕਰਨਹਾਰ ਕੀ ਭੇਟ ਕਿਸੈ ਨਹੀਂ ਦੀਜੀ ਹੈ, ਸਤਿਗੁਰ ਕੋ ਉਪਦੇਸ਼ ਸਤ ਕਰ ਲੀਜੀ ਹੈ। ਵੀ ਨਾ ਤਾਂ ਗੁਰੂ ਦੀ ਭੇਟਾ ਕਿਸੇ ਹੋਰ ਦੇ ਹੱਥ 'ਚ ਦੇਣੀ ਹੈ, ਤੇ ਸਤਿਗੁਰੂ ਦਾ ਉਪਦੇਸ਼ ਵੀ ਹਿਰਦੇ ਵਿੱਚ ਧਾਰਨ ਕਰਨਾ ਹੈ। ਇਹ ਦੋਨੋਂ ਚੀਜ਼ਾਂ ਨੂੰ ਸਾਈਮਲਟੇਨੀਅਸਲੀ ਬਾਰ-ਬਾਰ ਸਾਨੂੰ ਜਿਹੜਾ ਹੈ ਉਹ ਬਾਰ-ਬਾਰ, ਕਿਉਂਕਿ ਇਸ ਤੋਂ ਪਹਿਲੇ ਵੀ ਉਹ ਕਹਿ ਰਿਹਾ, ਸਤਿਗੁਰ ਕੋ ਉਪਦੇਸ਼ ਸੁਣ ਹਿਰਦੇ ਪ੍ਰਤੀਤ ਕਰ ਲਿਓ। ਪਹਿਲਾਂ ਉਪਦੇਸ਼ ਦੀ ਗੱਲ ਕੀਤੀ ਹੈ, ਫਿਰ ਕਹਿ ਰਹੇ ਹਨ ਕਿ ਭੇਟਕਾਰ ਗੁਰਦੇਵ ਕੀ ਅਵਰ ਹੱਥ ਨਹੀਂ ਦਿਓ। ਇਸ ਕੋਟੇਸ਼ਨ ਵਿੱਚ ਵੀ ਇਸੇ ਤਰ੍ਹਾਂ ਹੀ ਕਹਿ ਰਹੇ ਹਨ। ਅੱਗੇ ਕਹਿੰਦੇ ਹਨ, ਭਏ ਖਾਲਸਾ ਸੋਏ ਛੋੜ ਮਸੰਦ ਹੈ, ਜੀ ਜੀ ਪ੍ਰਗਟ ਚੋਂ ਔਰ ਸੂਰਜੋ ਚੰਦ ਹੈ। ਤੇ ਖਾਲਸਾ ਪ੍ਰਗਟ ਉਹੀ ਹੈ, ਖਾਲਸਾ ਉਹੀ ਹੈ ਜਿਹੜਾ ਮਸੰਦਾਂ ਨੂੰ ਛੱਡਦਾ। ਜਿਹੜਾ ਮਸੰਦਾਂ ਨੂੰ ਨਹੀਂ ਛੱਡਦਾ ਉਹ ਖਾਲਸਾ ਨਹੀਂ। ਹੁਣ ਇੱਥੇ ਇੱਕ ਬੜੀ ਇੰਪੋਰਟੈਂਟ ਸਾਡੇ ਵਾਸਤੇ ਸਮਝਣ ਦੀ ਗੱਲ ਹੈ ਕਿ ਖਾਲਸਾ ਜਿਹੜਾ ਅਰਥ ਹੈ ਉਹ ਸਿੱਧੇ ਸਤਿਗੁਰੂ ਨਾਲ ਸੰਬੰਧ ਜੋੜਨ ਦਾ ਹੈ। ਜਦੋਂ ਮਸੰਦ ਨਾਮ ਦੇ ਵਿਚੋਲੇ ਨੂੰ ਵਿੱਚੋਂ, ਜੋ ਉਸ ਵੇਲੇ ਵਿਚੋਲਾ ਸੀ, ਉਹਨੂੰ ਵਿੱਚੋਂ ਕੱਢ ਦਿੱਤਾ। ਹੁਣ ਇਹ ਖਾਲਸਾ ਲਫ਼ਜ਼ ਅਸੀਂ ਆਮ ਤੌਰ ਦੇ ਉੱਤੇ ਪਿਓਰ ਦੇ ਨਾਲ, ਖਾਲਸ ਦੇ ਨਾਲ ਇਹਨੂੰ ਜੋੜ ਦਿੰਦੇ ਆ। ਪਰ ਜੇ ਸੈਨਾਪਤ ਦੀ ਵਿਆਖਿਆ ਨੂੰ ਮੰਨੀਏ ਤਾਂ ਇਹ ਅਰਥ ਨਹੀਂ ਹਨ। ਉਹਨੇ ਕਿਤੇ ਵੀ ਇਹ ਅਰਥ ਨਹੀਂ ਕੀਤੇ ਪੂਰੀ ਪੁਸਤਕ ਵਿੱਚ। ਉਹ ਹਰ ਥਾਂ ਦੇ ਇੱਥੇ ਸਿੱਧੇ ਸੰਬੰਧ ਜੁੜਨ ਦੇ ਨਾਲ ਜੋੜਦਾ ਹੈ। ਹੁਣ ਮੁਗਲਾਂ ਦੇ ਦਰਬਾਰਾਂ ਦੇ ਵਿੱਚ ਕੁਝ ਪਿੰਡ ਇਹੋ ਜਿਹੇ ਹੁੰਦੇ ਸਨ ਜਿਹੜੇ ਕਿ ਸਿੱਧੇ ਰਾਜੇ ਦੇ ਅੰਡਰ ਹੁੰਦੇ ਸਨ, ਜਾਂ ਕੁਝ ਇਲਾਕੇ ਇਹੋ ਜਿਹੇ ਹੁੰਦੇ ਸਨ, ਉਹਨਾਂ ਦੇ ਨਾਵਾਂ ਦੇ ਨਾਲ ਖਾਲਸਾ ਲਿਖਿਆ ਜਾਂਦਾ ਸੀ, ਜਿਹਦਾ ਅਰਥ ਸੀ ਜਿਹੜਾ ਸਿੱਧਾ ਬਾਦਸ਼ਾਹ ਦੇ ਡਾਇਰੈਕਟ ਰੂਲ ਦੇ ਅੰਡਰ ਹੋਵੇ। ਉਹ ਨਾ ਕਿਸੇ ਸੂਬੇਦਾਰ ਦੇ ਅੰਡਰ ਆਉਂਦਾ ਸੀ, ਨਾ ਕਿਸੇ ਜ਼ਗੀਰਦਾਰ ਜਾਂ ਨਵਾਬ ਜਾਂ ਇਸ ਤਰ੍ਹਾਂ ਦੇ ਹੋਰ ਬੰਦਿਆਂ ਦੇ ਅੰਡਰ ਆਉਂਦਾ ਸੀ। ਉਹ ਸਿੱਧਾ ਹੀ ਉਹਦਾ ਸੰਬੰਧ ਜਿਹੜਾ ਹੈ ਉਹ ਬਾਦਸ਼ਾਹ ਦੇ ਨਾਲ ਹੁੰਦਾ ਸੀ। ਉਹਦੇ ਕਈ ਕਾਰਨ ਹੋ ਸਕਦੇ ਹਨ, ਇਹ ਤਾਂ ਉਹੀ ਜਾਣਦੇ ਹਨ। ਮੈਂ ਇੱਕ ਉਦਾਹਰਨ ਤੁਹਾਨੂੰ ਦੇ ਸਕਦਾ ਹਾਂ ਕਿ ਦਿੱਲੀ ਤੋਂ ਜਦੋਂ ਪੰਜਾਬ ਵੱਲ ਤੁਰੀਏ ਤੇ ਸਿੰਘੂ ਬਾਰਡਰ ਜਿੱਥੇ ਮੋਰਚਾ ਲੱਗਾ ਰਿਹਾ ਕਿਸਾਨਾਂ ਦਾ, ਉਹਦੇ ਬਿਲਕੁਲ ਨਾਲ ਇੱਕ ਪਿੰਡ ਹੈ ਜਿਹਦਾ ਨਾਮ ਹੈ ਬੱਡ ਖਾਲਸਾ। ਇਸ ਤੋਂ ਅੱਗੇ ਵੀ ਜਦੋਂ ਚੱਲਦੇ ਹਾਂ, ਅੰਬਾਲੇ ਕੋਲ ਵੀ ਇੱਕ ਪਿੰਡ ਹੈ, ਮੈਨੂੰ ਉਹਦਾ ਨਾਮ ਯਾਦ ਨਹੀਂ, ਉਹਦੇ ਨਾਮ ਨਾਲ ਵੀ ਖਾਲਸਾ ਲੱਗਦਾ ਹੈ। ਇਹ ਪੁਰਾਣਾ ਨੋਮਨਕਲੇਚਰ ਉਦੋਂ ਦਾ ਚੱਲਿਆ ਆ ਰਿਹਾ। ਇਹ ਸਿੱਖਾਂ ਦਾ, ਅੰਮ੍ਰਿਤਧਾਰੀ ਸਿੱਖਾਂ ਦੇ ਪਿੰਡ ਨਹੀਂ ਹਨ, ਨਾ ਉਦੋਂ ਸਨ ਨਾ ਅੱਜ। ਪਰ ਇਹਨਾਂ ਦੇ ਨਾਮ ਬੱਡ ਖਾਲਸਾ ਹੈ। ਉਹ ਪਿੰਡ ਜਿਹੜਾ ਹੈਗਾ ਉਹਦੇ ਨਾਮ ਦੇ ਨਾਲ ਖਾਲਸਾ ਚੱਲਦਾ ਹੈ। ਹਾਲਾਂਕਿ ਇਹਦਾ ਇੱਕ ਹੋਰ ਵੀ ਇੰਪੋਰਟੈਂਸ ਹੈ ਸਾਡੇ ਲਈ ਕਿ ਉਸ ਪਿੰਡ ਦੀ ਜਿਹੜੀ ਫੋਕ ਹਿਸਟਰੀ, ਲੋਕਲ ਹਿਸਟਰੀ ਹੈ, ਉਹਦੇ ਮੁਤਾਬਕ ਭਾਈ ਜੈਤਾ ਜੀ ਨੇ ਪਹਿਲਾ ਜਿਹੜਾ ਪੜਾਅ ਕੀਤਾ ਸੀ ਸੀਸ ਨੂੰ ਲੈ ਕੇ, ਉਹ ਇੱਥੇ ਕੀਤਾ ਸੀ। ਖੈਰ ਉਹ ਇੱਕ ਵੱਖਰਾ ਵਿਸ਼ਾ ਹੈ। ਤਾਂ ਇਹ ਬੱਡ ਖਾਲਸਾ ਜਿਵੇਂ ਪਿੰਡ ਹੈ, ਇਹ ਜਿਵੇਂ ਡਾਇਰੈਕਟਲੀ ਰੂਲਡ ਬਾਏ ਦਾ ਕਿੰਗ, ਉਹ ਇਹਦਾ ਮਤਲਬ ਸੀ। ਤੇ ਜੇ ਇਸ ਸੈਂਸ ਵਿੱਚ ਦੇਖੀਏ, ਜਦੋਂ ਮਸੰਦ ਵਿੱਚੋਂ ਕੱਢ ਦਿੱਤੇ ਗਏ ਤੇ ਖਾਲਸਾ ਜਿਹੜੇ ਗੁਰੂ ਨੇ ਸਾਜਿਆ, ਉਹਦੇ ਵਿੱਚ ਵੀ ਵਿੱਚ ਵਿਚਾਲੇ ਕੋਈ ਹੋਰ ਵਿਚੋਲਾ, ਹੋਰ ਕੋਈ ਹੁਕਮਰਾਨ ਨਹੀਂ ਸੀ ਜਿਹਦਾ ਹੁਕਮ ਉਹਨੇ ਮੰਨਣਾ ਸੀ, ਜਾਂ ਜਿਹਨੂੰ ਉਹਨੇ ਸਤਿਕਾਰ ਦੇਣਾ ਸੀ, ਜਾਂ ਜਿਹਨੂੰ ਉਹਨੇ ਕੋਈ ਟੈਕਸ ਦੇਣਾ ਸੀ। ਉਹ ਸਿੱਧਾ ਸਤਿਗੁਰੂ ਦੇ ਨਾਲ ਸੰਬੰਧਿਤ ਹੋ। ਔਰ ਇਹ ਗੱਲ ਬਾਰ-ਬਾਰ ਦੁਹਰਾਈ ਹੈ ਸੈਨਾਪਤੀ ਨੇ, ਇੱਕ ਥਾਂ ਤੇ ਨਹੀਂ ਕਹੀ, ਅਨੇਕਾਂ ਥਾਵਾਂ ਤੇ ਕਹੀ ਹੈ ਕਿ ਜਿਵੇਂ ਕਿ ਕਸਵੱਟੀ ਹੀ ਖਾਲਸੇ ਦੀ ਇਹ ਹੈ ਕਿ ਖਾਲਸਾ ਹੈ ਹੀ ਉਹ ਜਿਹੜਾ ਮਸੰਦਾਂ ਨੂੰ ਤਿਆਗ ਦੇਵੇ, ਭਾਵ ਵਿਚੋਲਿਆਂ ਨੂੰ ਤਿਆਗ। ਤੋ ਖਾਲਸੇ ਦਾ ਨਾਤਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਉਸ ਪ੍ਰੋਸੈਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਕੇ, ਕਿ ਖਾਲਸੇ ਦਾ ਨਾਤਾ ਸਤਿਗੁਰੂ ਜੀ ਨੇ ਸਿੱਧਾ ਵਾਹਿਗੁਰੂ ਨਾਲ ਜੋੜਨਾ ਸੀ। ਤੋ ਉਹਦਾ ਪਹਿਲਾ ਸਟੈਪ ਸੀ ਕਿ ਖਾਲਸੇ ਦਾ ਨਾਤਾ ਗੁਰੂ ਜੋ ਅਕਾਲ ਪੁਰਖ ਰੂਪ ਸੀ, ਉਹਦੇ ਨਾਲ ਸਿੱਧਾ ਜੋੜਿਆ ਜਾਵੇ। ਤੇ ਸਤਿਗੁਰੂ ਜੀ ਨੇ ਕੌਤਕ ਵਿਸਾਖੀ ਦੇ ਉੱਤੇ ਵਰਤਾ ਦਿੱਤਾ ਸੀ। ਤੇ ਅੱਗੋਂ ਇਸ ਤੋਂ ਬਾਅਦ ਜਿਹੜੀ ਹੈ, ਇਹ ਗੱਲ ਸਪਸ਼ਟ ਹੋ ਗਈ ਸੀ ਕਿ ਹੁਣ ਇਸ ਤੋਂ ਬਾਅਦ ਜਦੋਂ ਸਮਾਂ ਆਏਗਾ, ਖਾਲਸੇ ਨੂੰ ਸਿੱਧਾ ਹੀ ਅਕਾਲ ਪੁਰਖ ਦੇ ਨਾਲ ਜੋੜ ਕੇ
ਜੋੜ ਦਿੱਤਾ ਜਾਏਗਾ, ਤਾਂ ਹੀ ਸਤਿਗੁਰੂ ਜੀ ਨੇ ਅੰਮ੍ਰਿਤ ਛਕਾਉਣ ਲੱਗਿਆ ਸਾਨੂੰ ਬੋਲਾ ਦਿੱਤਾ ਸੀ, ਵਾਹਿਗੁਰੂ ਜੀ ਕਾ ਖਾਲਸਾ। ਉਹ ਗੁਰੂ ਗੋਬਿੰਦ ਸਿੰਘ ਕਾ ਖਾਲਸਾ ਜਾਂ ਗੁਰੂ ਕਾ ਖਾਲਸਾ ਨਹੀਂ ਕਿਹਾ, ਉਸ ਵੇਲੇ ਵਾਹਿਗੁਰੂ ਕਾ ਖਾਲਸਾ ਕਿਹਾ, ਤਾਂ ਕਿ ਇਹ ਗੱਲ ਸਪਸ਼ਟ ਸੀ ਕਿ ਹੁਣ ਅਗਲਾ ਕਦਮ ਕੀ ਹੋਣਾ। ਇਹ ਜਿਹਨੂੰ ਕਹਿੰਦੇ ਨਾ ਕਿ ਇਹ ਇਰਰਿਵਰਸੀਬਲ ਕਦਮ ਉਦੋਂ ਸਤਿਗੁਰੂ ਜੀ ਨੇ ਚੁੱਕਿਆ ਸੀ। ਤਾਂ ਫਿਰ ਗੱਲ ਹੋਈ ਕਿ ਜੇ ਇਹ ਗੱਲ ਸੀ ਕਿ ਖਾਲਸੇ ਨੂੰ ਅਕਾਲ ਪੁਰਖ ਨਾਲ ਹੀ ਜੋੜਨਾ ਸੀ, ਤਾਂ ਮਸੰਦ ਦੇ ਵਿੱਚ ਥਾਂ ਕਿੱਥੇ ਸੀ? ਹੁਣ ਅਸੀਂ ਆਪਣੇ ਜੀਵਨ ਦੇ ਵਿੱਚ ਆਲੇ ਦੁਆਲੇ ਝਾਤੀ ਮਾਰ ਲਈਏ ਕਿ ਜਦੋਂ ਕਿਸੇ ਵੀ ਰਿਸ਼ਤੇ ਦੇ ਵਿੱਚ ਕੋਈ ਵਿਚੋਲਾ ਆ ਜਾਂਦਾ ਹੈ, ਕਿਸੇ ਦੇ ਥਰੂ ਅਸੀਂ ਗੱਲ ਸ਼ੁਰੂ ਕਰ ਦਿੰਦੇ ਹਾਂ, ਤਾਂ ਜਿਹੜਾ ਸਬੰਧ ਹੈ ਨਾ, ਉਹਦੇ ਸਬੰਧ ਦੀ ਤੰਦ ਜਿਹੜੀ ਹੈ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ। ਸਬੰਧ ਸਾਡਾ ਰਿਲੇਸ਼ਨਸ਼ਿਪ ਉਹੀ ਹੁੰਦੀ ਹੈ ਜਿਹੜੀ ਸਿੱਧੀ ਹੋ, ਜਦੋਂ ਕਿਸੇ ਦੇ ਥਰੂ ਹੁੰਦੀ ਹੈ ਤੇ ਉਹਦੇ ਵਿੱਚੋਂ ਕਮਜ਼ੋਰੀ ਆਣੀ ਸੁਭਾਵਕ ਹੈ, ਕਿਉਂਕਿ ਵਿਚਕਾਰ ਜਿਹੜਾ ਵਿਚੋਲਾ ਹੈ ਉਹਦਾ ਵੀ ਵਿੱਚ ਇਹਦੇ ਚ ਰੋਲ ਪੈਦਾ ਹੋ ਜਾਣਾ। ਤੇ ਜਦੋਂ ਅਸੀਂ ਅਕਾਲ ਪੁਰਖ ਨਾਲ ਸੰਬੰਧ ਜੋੜਨਾ ਹੈ, ਤੇ ਸਤਿਗੁਰੂ ਜੀ ਨੇ ਸਾਨੂੰ ਸਿੱਧੇ ਅਕਾਲ ਪੁਰਖ ਨਾਲ ਜੋੜਨਾ ਸੀ, ਗੁਰਬਾਣੀ ਤੇ ਅਕਾਲ ਪੁਰਖ ਦੇ ਨਾਲ ਜੋੜਨਾ ਸੀ, ਤਾਂ ਉੱਥੇ ਫਿਰ ਮਸੰਦਾਂ ਦੀ ਥਾਂ ਕਿੱਥੇ ਵਿੱਚ ਬਾਕੀ ਬਚਦੀ ਸੀ। ਹੁਣ ਅੱਜ ਵੀ ਅਸੀਂ ਆਲੇ ਦੁਆਲੇ ਦੇਖੀਏ, ਮਸੰਦ ਤਾਂ ਹੁਣ ਖਤਮ ਹੋ ਗਏ, ਉਹ ਤਾਂ ਹੁਣ ਹੈ ਨਹੀਂ। ਪਰ ਜਿਹੜੇ ਮਸੰਦ ਸਨ ਉਹ ਕਈ ਰੂਪਾਂ ਦੇ ਵਿੱਚ ਸਾਡੇ ਸਾਹਮਣੇ ਆਏ ਗਏ, ਫਿਰ ਗਏ। ਜਿਵੇਂ ਕਹਾਂ ਲਿਬਰਟੀ ਲੈ ਕੇ ਕਿ ਮਸੰਦ ਗਏ ਤੇ ਮਸੰਦਾਂ ਨੇ ਮਹੰਤਾਂ ਦਾ ਰੂਪ ਧਾਰਿਆ ਤੇ ਸਾਡੇ ਵਿੱਚ ਆ ਗਏ, ਤੇ ਉਹੀ ਕਾਰੇ ਕੀਤੇ ਜਿਨ੍ਹਾਂ ਵਾਸਤੇ ਮਸੰਦ ਬਦਨਾਮ ਹੋਏ ਸੀ। ਫਿਰ ਜਦੋਂ ਮਹੰਤ ਗਏ ਤਾਂ ਫਿਰ ਇੱਕ ਹੋਰ ਕੈਟੇਗਰੀ ਸੰਤਾਂ ਤੇ ਬਾਬਿਆਂ ਦੀ, ਇਹਨਾਂ ਦੇ ਕਾਰਨਾਮੇ ਵੀ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਸੁਣਦੇ ਰਹਿੰਦੇ ਹਾਂ। ਇਹਨਾਂ ਨੇ ਵੀ ਉਹੀ ਕਾਰਨਾਮੇ ਕੀਤੇ। ਉਸੇ ਤਰ੍ਹਾਂ ਹੀ ਗੁਰਬਾਣੀ ਦੇ ਅਰਥਾਂ ਦੇ ਰੋਲ ਘਚੋਲਾ ਕੀਤਾ ਕਿ ਸਾਨੂੰ ਮਤਲਬ ਗੁਰੂ ਨਾਲ ਸਿੱਧੇ ਜੋੜਨ ਹੀ ਨਾ ਦਿੱਤਾ ਜਾਵੇ। ਫਿਰ ਉਸ ਤੋਂ ਤਾਕਤ ਲੈ ਕੇ ਅੱਜ ਸਿੱਖੀ ਨੂੰ, ਗੁਰਬਾਣੀ ਨੂੰ ਆਧਾਰ ਬਣਾ ਕੇ, ਉਹਨਾਂ ਸਿਧਾਂਤਾਂ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਇੰਡੀਪੈਂਡੈਂਟ ਬਣਾ ਕੇ ਕਈ ਗੁਰੂ ਬਣ ਕੇ ਬਹਿ ਗਏ ਹਨ। ਉਹ ਵੀ ਇੱਥੋਂ ਹੀ ਪ੍ਰੇਰਨਾ ਲੈ ਕੇ ਤੁਰੇ, ਤੇ ਅੱਜ ਉਹ ਕੀ ਕਹਿੰਦੇ ਨੇ, ਰਾਈਵਲਸ ਬਣ ਕੇ ਬੈਠ ਗਏ ਹਨ ਗੁਰੂ ਦੇ। ਤੋ ਜਦੋਂ ਵੀ ਅਸੀਂ ਆਲੇ ਦੁਆਲੇ ਦੇਖਦੇ ਹਾਂ, ਜਦੋਂ ਵੀ ਕੋਈ ਵਿਅਕਤੀ ਕਿਸੇ ਇੱਕ ਵਿਅਕਤੀ ਨੂੰ ਕੋਈ ਵਿਸ਼ੇਸ਼ ਦਰਜਾ ਦੇ ਦਿੰਦਾ ਹੈ, ਉਹਦਾ ਸੰਬੰਧ ਗੁਰੂ ਦੇ ਨਾਲ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਵੀ ਕੋਈ ਦੇਹਧਾਰੀ ਵਿਚਕਾਰ ਆ ਜਾਂਦਾ ਹੈ, ਤੇ ਅਸੀਂ ਗੁਰਮਤ ਦੇ ਅਸੂਲਾਂ ਨੂੰ ਢਿੱਲਾ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਉਹ ਸਾਨੂੰ ਢਿੱਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਬਿਲਕੁਲ ਆਮ ਵਰਤਾਰਾ ਹੈ। ਮੈਨੂੰ ਇੱਕ ਘਟਨਾ ਯਾਦ ਆ ਗਈ ਹੈ ਕਿ ਇਹ ਸੁਣਦੇ ਹਾਂ, ਪਤਾ ਨਹੀਂ ਕਿੰਨੀ ਠੀਕ ਹੈ ਕਿੰਨੀ ਗਲਤ, ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ, ਕਿ ਕਹਿੰਦੇ ਹਨ ਕਿ ਭਾਈ ਰਣਧੀਰ ਸਿੰਘ ਜੀ ਇੱਕ ਵਾਰੀ ਸੰਤ ਅਤਰ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ, ਤੇ ਸੰਤ ਅਤਰ ਸਿੰਘ ਜੀ ਦੇ ਬਾਰੇ ਆਮ ਜਿਹੜੀ ਗੱਲ ਕਹੀ ਜਾਂਦੀ ਹੈ, ਉਹ ਇਹ ਕਹੀ ਜਾਂਦੀ ਹੈ ਕਿ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਤੋ ਭਾਈ ਰਣਧੀਰ ਸਿੰਘ ਜੀ ਜਦੋਂ ਸੰਤ ਅਤਰ ਸਿੰਘ ਨਾਲ ਉਹਨਾਂ ਦੀ ਮੁਲਾਕਾਤ ਹੋਈ, ਉਹਨਾਂ ਨੇ ਕਿਹਾ, ਭਾਈ ਸਾਹਿਬ ਇਹ ਕੀ ਕਰਦੇ ਪਏ ਹੋ ਤੁਸੀਂ? ਕਿਉਂਕਿ ਉਹਨਾਂ ਦਾ ਅੰਮ੍ਰਿਤ ਛਕਾਉਣ ਦਾ ਸਟਾਈਲ ਉਹ ਨਹੀਂ ਸੀ ਜਿਹੜਾ ਅੱਜ ਸਾਡੇ ਇੱਥੇ ਵਰਤ ਰਿਹਾ। ਉਸ ਵੇਲੇ ਤਾਂ ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਚਾਹੁੰਦੀਆਂ ਹਨ ਕਿ ਅੰਮ੍ਰਿਤ ਤਿਆਰ 5 ਪਿਆਰੇ ਕਰਕੇ ਸਾਰਿਆਂ ਉੱਤੇ ਛੱਟਾ ਮਾਰ ਦਿੰਦੇ ਸਨ, ਤੇ ਕਹਿੰਦੇ ਸੀ ਕਿ ਅੰਮ੍ਰਿਤ ਛਕਿਆ ਗਿਆ। ਤੇ ਉਹਨਾਂ ਨੇ ਕਿਹਾ, ਇਹ ਤੁਸੀਂ ਕਿਉਂ ਅੰਮ੍ਰਿਤ ਦੇ ਬਾਰੇ ਇਸ ਤਰ੍ਹਾਂ ਦਾ ਵਰਤਾਰਾ ਕਰ ਰਹੇ ਹੋ? ਤੇ ਅੱਗੋਂ ਬਾਬਾ ਜੀ ਨੇ ਜਵਾਬ ਦਿੱਤਾ ਵੀ ਅਸੀਂ ਢਿੱਲੇ ਸਿੱਖ ਬਣਾਈ ਜਾਂਦੇ ਹਾਂ, ਤੁਸੀਂ ਕੱਸ ਕੇ ਬਣਾਈ ਚੱਲੋ। ਹਾਸੇ 'ਚ ਗੱਲ ਟਾਲ ਦਿੱਤੀ। ਤੇ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਵੀ ਗੁਰੂ ਔਰ ਸਿੱਖ ਦੇ ਵਿਚਕਾਰ ਕੋਈ ਵਿਅਕਤੀ ਆ ਜਾਂਦਾ ਹੈ, ਅਨੇਕਾਂ ਅਸੂਲਾਂ ਦੇ ਵਿੱਚ ਢਿੱਲ ਮੱਠ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਇੰਝ ਜਾਪਦਾ ਹੈ ਕਿ ਇਹ ਸਾਰੀ ਚਰਚਾ ਤੋਂ ਬਾਅਦ ਆਪਾਂ ਕਨਕਲੂਡ ਕਰੀਏ ਕਿ ਜਿਹੜਾ ਮਸੰਦਾਂ ਵਾਲਾ ਹੁਕਮ ਸੀ ਸਤਿਗੁਰੂ ਜੀ ਨੇ ਦਿੱਤਾ, ਉਹ ਤੇ ਸਾਰਿਆਂ ਨੇ ਇਨ ਬਿਨ ਮੰਨ ਲਿਆ, ਉਹਦੇ ਤੇ ਫੁੱਲ ਚੜਾ ਦਿੱਤੇ। ਤੇ ਅੱਗੋਂ ਆਉਣ ਵਾਲੀਆਂ ਲਿਖਤਾਂ ਨੇ ਜਿਹੜੇ ਮਸੰਦਾਂ ਪ੍ਰਤੀ ਉਪਦੇਸ਼ ਨੂੰ ਸਿਰਫ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਇਸ ਉਪਦੇਸ਼ ਨੂੰ ਕਿਸੇ ਸਿਧਾਂਤ ਨਾਲ ਜੋੜਨ ਦੀ ਬਜਾਏ ਮਸੰਦਾਂ ਦੇ ਕਰਪਟ ਹੋਣ ਦੇ ਨਾਲ ਜੋੜ ਕੇ ਇਹਦੇ ਵਿੱਚੋਂ ਸਿਧਾਂਤ ਦਾ ਪੋਰਸ਼ਨ ਸਾਡੇ ਚੋਂ ਮਾਈਨਸ ਕਰ ਦਿੱਤਾ। ਜਦ ਕਿ ਇਹ ਮੈਂ ਸਟ੍ਰੈਸ ਅਪਾਨ ਕਰਨਾ ਚਾਹੁੰਦਾ ਸੀ ਕਿ ਜਦੋਂ ਵੀ ਅਸੀਂ ਇਹਨੂੰ ਪੜਾਂਗੇ, ਇਸ ਪੁਸਤਕ ਨੂੰ ਪੜਾਂਗੇ, ਤੇ ਮਸੰਦਾਂ ਨੂੰ ਛੱਡਣ ਉੱਤੇ ਜਿੰਨਾ ਜ਼ੋਰ ਦਿੱਤਾ ਗਿਆ ਹੈ, ਇਹਨੂੰ ਇੱਕ ਕਸਵੱਟੀ ਬਣਾ ਕੇ ਰੱਖਿਆ ਗਿਆ ਹੈ ਕਿ ਖਾਲਸਾ ਕਿਹਾ ਹੀ ਉਹਨੂੰ ਜਾ ਸਕਦਾ ਜਿਹੜਾ ਮਸੰਦਾਂ ਨੂੰ ਛੱਡੇ। ਤੋ ਇਸ ਚੀਜ਼ ਨੂੰ ਬਹੁਤ ਇੰਪੋਰਟੈਂਸ ਦੇਣ ਦੀ ਲੋੜ ਹੈ, ਔਰ ਅੱਜ ਵੀ ਸਾਨੂੰ ਇਸ ਚੀਜ਼ ਦੇ ਉੱਤੇ ਅਮਲ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਉਪਦੇਸ਼ ਉਹ ਬਾਰ-ਬਾਰ ਰਿਪੀਟ ਕਰਦਾ ਹੈ, ਉਹ 2-3 ਐਲੀਮੈਂਟਸ ਉਹਦੇ ਹਨ ਜਿਹੜੇ ਕਿ ਮੈਂ ਇਕੱਠੇ ਹੀ ਡਿਸਕਸ ਤੁਹਾਡੇ ਨਾਲ ਕਰਾਂਗਾ। ਇੱਕ ਤਾਂ ਉਹ ਸਿਰ ਗੁੰਮ ਦੀ ਗੱਲ ਕਰਦਾ ਹੈ, ਦੂਜਾ ਭੱਦਣ ਜਾਂ ਭੱਦਰ ਲਫ਼ਜ਼ ਉਹ ਵਰਤਦਾ ਹੈ ਰਾਰੇ ਨਾਲ, ਭੱਦਰ ਲਿਖਦਾ ਹੈ, ਤੇ ਤੀਜਾ ਉਹ
ਰੰਬੀ ਆ ਜਿਹਨੂੰ ਕਹੀਏ ਉਸ ਤਰ੍ਹਾਂ ਕੇਸਾਂ ਨੂੰ ਲਗਾਉਣ ਦੀ ਭਾਵ ਕੇਸ ਕਟਾਉਣ ਦੀ ਗੱਲ ਉਹ ਕਰਦਾ। ਤੋ ਇਹਦੇ ਬਾਰੇ ਉਹ ਮਨਾਹੀ ਬੜੀ ਬਾਰ-ਬਾਰ ਰਿਪੀਟ ਕਰਕੇ ਬਾਰ-ਬਾਰ ਇਹ ਗੱਲ ਕੀਤੀ ਜਾ ਰਹੀ ਹੈ। ਮੈਂ ਕੁਝ ਕੁ ਕੋਟੇਸ਼ਨਸ ਜਿਹੜੀਆਂ ਆਪ ਜੀ ਦੇ ਸਾਹਮਣੇ ਪੜਾਂਗਾ। ਉਹ ਕਹਿੰਦਾ ਹੈ ਕਿ ਭੱਦਰ ਤਿਆਗ ਕਰੋ ਰੇ ਭਾਈ, ਤਬ ਸਿੱਖਨ ਇਹ ਬਾਤ ਸੁਣਾਈ, ਤਬ ਸਿੱਖਨ ਕੋ ਇਹ ਬਾਤ ਸੁਣਾਈ, ਮਾਤਾ ਪਿਤਾ ਮਰੇ ਜੇ ਕੋਈ, ਤੋ ਵੀ ਕਹਿਤ ਨਾ ਭੱਦਰ ਹੋਈ। ਭੱਦਰ ਨਹੀਂ ਕਰਾਉਣਾ। ਮਾਤਾ ਪਿਤਾ, ਹੁਣ ਇੱਥੇ ਦੇਖੋ ਕਿਆ ਖੂਬਸੂਰਤੀ ਦੇ ਨਾਲ ਉਹ ਗੱਲ ਕਰ ਰਿਹਾ ਹੈ। ਮਾਤਾ ਪਿਤਾ ਗੋਬਿੰਦ ਹਮਾਰਾ, ਇਹ ਸੰਸਾਰੀ ਝੂਠ ਪਸਾਰਾ, ਇਹਨਾਂ ਦੇ ਉੱਤੇ ਕਿਉਂ ਤੁਸੀਂ ਇਹ ਕੰਮ ਕਰਦੇ ਹੋ। ਯਹ ਉਪਦੇਸ਼ ਸਤ ਕਰ ਲੀਜੈ, ਭੱਦਰ ਭਰਮ ਧਰਮ ਕਛ ਨਾਹੀ, ਨਿਸ਼ਚੈ ਜਾਨ ਸਤ ਮਨ ਮਾਏ। ਇਹ ਮੰਨ ਲਓ, ਇਹਦੇ ਉੱਤੇ ਸਤਿਗੁਰੂ ਜੀ ਨੇ ਕਿਹਾ ਕਿ ਇਹਨੂੰ ਪੂਰੀ ਤਰ੍ਹਾਂ ਤੁਸੀਂ ਇਹਦੇ ਤੇ ਅਮਲ ਕਰਨਾ ਹੈ। ਫਿਰ ਅੱਗੋਂ ਕਹਿੰਦਾ ਹੈ ਕਿ ਸਤਿਗੁਰੂ ਜੀ ਨੇ ਫਰਮਾਇਆ, ਸੰਗਤ ਭੱਦਰ ਮਤ ਕਰੋ, ਖੁਰ ਨਾ ਲਾਵੋ ਸੀਸ। ਖੁਰ ਦਾ ਮਤਲਬ ਉਸ ਤਰ੍ਹਾਂ ਹੈ, ਸਿਰ ਨੂੰ ਉਸ ਤਰ੍ਹਾਂ ਨਹੀਂ ਲਗਾਉਣਾ। ਮਾਤਾ ਪਿਤਾ ਕੋਈ ਮਰੈ, ਸਤਿਗੁਰ ਕਹੀ ਹਦੀਸ। ਹਦੀਸ ਦਾ ਮਤਲਬ ਹਦਾਇਤ ਹੈ, ਇਹ ਇਸਲਾਮੀ ਟਰਮ ਹੈ, ਪਰ ਇਹਦਾ ਅਰਥ ਹੁੰਦਾ ਕਿ ਜਿਹੜੀ ਇਹ ਰਹਿਤ ਮਰਿਆਦਾ ਜਾਂ ਹਦਾਇਤ ਹੁੰਦੀ ਹੈ ਉਹਨੂੰ ਹਦੀਸ ਕਿਹਾ ਜਾਂਦਾ ਹੈ। ਮਾਤਾ ਪਿਤਾ ਕੋਈ ਮਰੈ, ਸਤਿਗੁਰ ਕਹੀ ਹਦੀਸ, ਹੁੱਕਾ ਨਾ ਪੀਵੈ, ਸੀਸ ਦਾੜੀ ਨਾ ਮੁੰਡਾਵੈ। ਇੱਥੇ ਬਿਲਕੁਲ ਸਪਸ਼ਟ ਲਫ਼ਜ਼ਾਂ ਦੇ ਵਿੱਚੋਂ ਕਹਿ ਰਹੇ ਹਨ, ਸੋ ਤੋ ਵਾਹਿਗੁਰੂ 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 ਜੀ ਕਾ ਖਾਲਸਾ। ਹੁੱਕਾ ਨਾ ਪੀਵੈ, ਸੀਸ ਦਾੜੀ ਨਾ ਮੁੰਡਾਵੈ, ਸੋ ਤੋ ਵਾਹਿਗੁਰੂ 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 ਜੀ ਕਾ ਖਾਲਸਾ। ਫਿਰ ਅੱਗੇ ਸਿਰ ਗੁੰਮਣ, ਸਿਰ ਗੁੰਮਦਾ ਅਸੀਂ ਕਹਿੰਦੇ ਹਾਂ ਜਿਹੜਾ ਆਪਣੇ ਆਪ ਨੂੰ ਕਹਿੰਦਾ ਤਾਂ ਗੁਰੂ ਨਾਨਕ ਦਾ ਸਿੱਖ ਹੈ, ਪਰ ਇਹ ਸਿਰ ਗੁੰਮ ਉਹਦੇ ਉਹ ਕੇਸਾਂ ਦੀ ਬੇਅਦਬੀ ਕਰਦਾ, ਉਹਨੂੰ ਅਸੀਂ ਸਿਰ ਗੁੰਮ ਕਹਿੰਦੇ ਹਾਂ। ਉਹ ਕਹਿੰਦਾ ਹੈ ਕਿ ਸਿਰ ਗੁੰਮਨ ਕੇ ਮਰਨੇ ਪਰਨੇ ਨਹੀਂ ਜਾਈਏ। ਜਿਹੜੇ ਗੁਰੂ ਕੇ ਸਿੱਖ ਕਹਿਣ ਦੇ ਬਾਵਜੂਦ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਉਹਨਾਂ ਦੇ ਮਰਨੇ ਪਰਨੇ ਤੇ ਵੀ ਨਹੀਂ ਜਾਣਾ। ਇਹ ਸਤਿਗੁਰੂ ਜੀ ਨੇ ਹਦਾਇਤ ਦਿੱਤੀ। ਬਚਨ ਕੀਓ ਕਰਤਾਰ ਖੁਰ ਨਹੀਂ ਲਾਈਐ, ਮਾਤ ਪਿਤਾ ਮਰ ਜਾਏ ਭਦਰ ਨਾ ਕਰਾਈਐ। ਤੇ ਜਦੋਂ ਅਸੀਂ ਅੱਗੇ ਚੱਲ ਕੇ ਖਾਲਸੇ ਤੇ ਇਸੇ ਵਿਸ਼ੇ ਦੇ ਨਾਲ ਹੀ ਅਗਲਾ ਜਿਹੜਾ ਹਿੱਸਾ ਹੈ ਕਿ ਜਿਹੜਾ ਇੱਕ ਕਨਫਲਿਕਟ ਕ੍ਰੀਏਟ ਹੋ ਗਿਆ ਉਹ ਖਾਲਸੇ ਔਰ ਪੁਰਾਤਨ ਰਹਿਤ ਵਾਲੇ ਸਿੱਖਾਂ ਦੇ ਵਿੱਚ, ਜਦੋਂ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਉਹਦੇ ਵੀ ਸਿਰਗੁਮ ਨਾਲ ਕਿਉਂ ਵਰਤਿਆ ਗਿਆ, ਇਹਦੇ ਉੱਤੇ ਕਾਫੀ ਦ੍ਰਿੜਤਾ ਨਾਲ ਪਹਿਰਾ ਅੱਗੇ ਦਿੱਤਾ ਗਿਆ ਹੈ। ਉਹ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ, ਲੇਕਿਨ ਇਹਦੀ ਗੱਲ ਉੱਥੇ ਵੀ ਆਉਂਦੀ ਹੈ। ਤੋ ਇਹ ਜਿਹੜੀ ਡਿਸਕਸ਼ਨ ਆਪਾਂ ਕੀਤੀ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਬਾਰੇ, ਉਹ ਉਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਚਾਹੇ ਸਤਿਗੁਰੂ ਜੀ ਦੇ ਜ਼ਮਾਨੇ ਤੱਕ ਸਿੱਖਾਂ ਦੇ ਵਿੱਚ ਕੇਸ ਰੱਖਣ ਦੀ ਰਵਾਇਤ ਪੂਰੀ ਤਰ੍ਹਾਂ ਚੱਲ ਰਹੀ ਸੀ, ਕਾਫੀ ਸਟਰੋਂਗਲੀ ਚੱਲ ਰਹੀ ਸੀ, ਪਰ ਇਉਂ ਜਾਪਦਾ ਹੈ ਬਾਰ-ਬਾਰ ਭੱਦਣ ਦੀ ਗੱਲ ਜਿਹੜੀ ਹੋ ਰਹੀ ਹੈ, ਲੱਗਦਾ ਇਹ ਹੈ ਕਿ ਕੁਝ ਲੋਕ ਜਿਹੜੇ ਦ੍ਰਿੜ ਨਹੀਂ ਸਨ ਹੁੰਦੇ, ਉਹ ਪੁਰਾਣੀਆਂ ਰਵਾਇਤਾਂ ਜਾਂ ਕੁਲਾਂ ਦੀਆਂ ਜਾਂ ਪੁਰਾਣੇ ਜਿਹੜੇ ਕਰਮ ਕਾਂਡਾਂ ਦੇ ਨਾਲ ਵੀ ਜੁੜੇ ਰਹਿੰਦੇ ਸੀ। ਜਿਵੇਂ ਅੱਜ ਵੀ ਸਾਡੇ ਚੋਂ ਬਹੁਤ ਸਾਰੇ ਪੁਰਾਣੇ ਕਰਮ ਕਾਂਡਾਂ ਨਾਲ ਆਪਣੇ ਆਪ ਨੂੰ ਖਾਲਸੇ ਕਹਿ ਕੇ ਵੀ ਅਸੀਂ ਜੁੜੇ ਰਹਿੰਦੇ ਹਾਂ। ਇਹ ਪ੍ਰਥਾ ਉਸ ਵੇਲੇ ਵੀ ਚੱਲ ਰਹੀ ਹੋਣੀ ਆ, ਪਰ ਸਤਿਗੁਰੂ ਜੀ ਨੇ ਉਸ ਵੇਲੇ ਹਦਾਇਤਾਂ ਕਰਕੇ ਪੂਰੀ ਤਰ੍ਹਾਂ ਫੁੱਲ ਸਟਾਪ ਉੱਥੇ ਲਗਾਉਣ ਦੇ ਹੁਕਮ ਦਿੱਤੇ ਕਿ ਕੋਈ ਵੀ ਸਿੱਖ ਭੱਦਨ ਨਹੀਂ ਕਰਾਏਗਾ ਆਪਣੇ ਮਾਤਾ ਪਿਤਾ ਦੇ ਜਾਂ ਬਜ਼ੁਰਗਾਂ ਦੇ ਚਲਾਣੇ ਦੇ ਸਮੇਂ ਦੇ ਉੱਤੇ। ਤਾਂ ਇਉਂ ਜਾਪਦਾ ਹੈ ਕਿ ਇਸ ਚੀਜ਼ ਨੂੰ ਉਹਨਾਂ ਨੇ ਕਲੀਅਰ ਕਰਨ ਦੇ ਲਈ ਇਹ ਬਾਰ-ਬਾਰ ਕਿਹਾ। ਤੇ ਇਸੇ ਤਰ੍ਹਾਂ ਸਿਰ ਗੁੰਮ ਨਾਲ ਨਾ ਵਰਤਣ ਦੀ ਹਦਾਇਤ ਵੀ ਬਾਰ-ਬਾਰ ਇਹਦੇ ਵਿੱਚ ਆਉਂਦੀ ਹੈ, ਔਰ ਇੱਕ ਪੂਰਾ ਇਨਸਟਾਂਸ ਇਹਦੇ ਵਿੱਚ ਆਉਂਦਾ ਹੈ ਜਿਹੜਾ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ ਕਿ ਉਹਦੇ ਨਾਲ ਵੀ ਸ਼ਾਇਦ ਉਹਦੇ ਪਿੱਛੇ ਇੰਟੈਂਸ਼ਨ ਸਤਿਗੁਰੂ ਜੀ ਦੀ ਹੋਵੇਗੀ ਕਿ ਜਦੋਂ ਅਸੀਂ ਅਜਿਹੇ ਲੋਕਾਂ ਦੇ ਨਾਲ ਮੇਲ ਮਿਲਾਪ ਵਰਤਨ ਵਰਤਾਰ ਰੱਖਦੇ ਹਾਂ ਤਾਂ ਇਹਦੇ ਨਾਲ ਸਾਡੇ ਪਰਿਵਾਰਾਂ ਵਿੱਚ ਵੀ ਕਿਤੇ ਢਿੱਲ ਮੱਠ ਨਾ ਆ ਜਾਵੇ, ਉਹ ਨਾ ਸ਼ੁਰੂ ਹੋ ਜਾਵੇ। ਤਾਂ ਸ਼ਾਇਦ ਉਸ ਗੱਲ ਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਜਿਹੜੀ ਇੰਟੈਂਸ਼ਨ ਦੇ ਨਾਲ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੋਏਗੀ ਕਿ ਸਿਰ ਗੁੰਮ ਦੇ ਨਾਲ ਨਹੀਂ ਵਰਤਣਾ। ਤੋ ਅੱਜ ਅਸੀਂ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਤੋਂ ਅੱਗੇ ਚਰਚਾ ਅਗਲੇ ਹਫਤੇ ਆਪਾਂ ਜਾਰੀ ਰੱਖਾਂਗੇ ਜੀ। ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ, ਵਚਨ ਕਬੂਲ ਵਰਤੇ ਗਏ ਹੋਣਗੇ। ਆਪ ਜੀ ਕਿਰਪਾ ਕਰਕੇ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।